ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ। ਬ੍ਰਿੰਦ ਖਨੇ ਸਿਰ ਮਿਰਤ ਕਾ ਤਾਰੇ, ਲੈ ਕਰ ਵੈਰ ਜਾਏ ਤਟ ਡਾਰੇ। ਅਨਗਨ ਮਾਨਵ ਆਵਨ ਲਾਗੇ, ਕਿਤੇ ਮਜੂਰ ਸਿੱਖ ਵੱਡ ਭਾਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ। ਗੁਰਦੇਵ ਦੇ ਪਰਮ ਪਿਆਰ ਚ ਪਰੋਤੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ। ਜਿਨ ਕੇ ਭਾਗ ਬੜੇ ਹੈ ਭਾਈ, ਤਿਨ ਸਾਧੂ ਸੰਗ ਮੁਖ ਜੁਰੇ। ਵੱਡਿਆਂ ਭਾਗਾਂ ਵਾਲੇ ਹੋ, ਪੂਰਬਲੇ ਜਨਮਾਂ ਦੇ ਕੀਤੇ ਭਾਗ ਸਵੱਲੇ ਹੋਏ ਹਨ। ਜਿਸ ਦਾ ਫਲ ਸਵਰੂਪ ਦੀਨ ਦੁਨੀਆ ਦੇ ਸੁਆਮੀ ਆਦਿ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਕੇ ਜੁੜ ਕੇ ਰੱਬੀ ਬਾਣੀ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ। ਕਲਗੀਧਰ ਦੀ ਸੋਭਾ, ਪੰਥ ਦੇ ਵਾਲੀ ਸਤਿਗੁਰਾਂ ਦੀ ਵਡਿਆਈ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਨੇ ਗਾਇਨ ਕੀਤੀ ਹੈ। ਉਹ ਵਡਿਆਈ ਰਾਗੀ ਸਿੰਘ ਗਾਇਨ ਕਰਕੇ ਗਏ ਹਨ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਸਾਨੀ ਕੋਈ ਨਹੀਂ। ਬੜੇ ਬੜੇ ਰਹਿਬਰ ਅਵਤਾਰ ਔਲੀਏ ਅੰਬੀਏ ਸੰਸਾਰ 'ਚ ਹੋਏ ਹੋ ਕੇ ਚਲੇ ਗਏ, ਪਰ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਵਰਗਾ ਕੋਈ ਨਹੀਂ। ਕਰਤਾਰ ਕੀ ਸੁਗੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਤਾਰੀਫ ਗੋਬਿੰਦ ਕੀ वो कम ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਜਿੰਨੀਆਂ ਵਡਿਆਈਆਂ ਕਰੀਏ ਥੋੜੀਆਂ ਹਨ। ਮਹਾਰਾਜ ਕਲਗੀਧਰ ਦੀ ਵਡਿਆਈ ਆਪ ਜੀ ਨੇ ਸਰਵਣ ਕੀਤੀ ਹੈ। ਸਾਧ ਸੰਗਤ ਉਹ ਅਸਥਾਨ ਹੁੰਦਾ ਹੈ ਜਿੱਥੇ ਭੁੱਲਿਆ ਹੋਇਆ ਮਨ ਸਤਿਗੁਰਾਂ ਦੇ ਸ਼ਬਦ ਦੁਆਰਾ ਪਰਮੇਸ਼ਰ ਨੂੰ ਚੇਤੇ ਕਰਦਾ ਹੈ। ਸਤ ਸੰਗਤ ਵਿੱਚ ਆ ਕੇ ਪਾਰ ਬ੍ਰਹਮ ਪਰਮੇਸ਼ਰ ਚੇਤੇ ਆਉਂਦਾ ਹੈ। ਕਿਉਂਕਿ ਸਤ ਸੰਗਤ ਵਿੱਚ ਆਪ ਪਾਰ ਬ੍ਰਹਮ ਪਰਮੇਸ਼ਰ ਜੀ ਵਸਦੇ ਹਨ, ਅਕਾਲ ਪੁਰਖ ਜੀ ਨਿਵਾਸ ਕਰਦੇ ਹਨ। ਸਤਿਗੁਰਾਂ ਦੇ ਪਾਵਨ ਇਤਿਹਾਸ ਦੀ ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ। ਮਹਾਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਨੇ ਇਹ ਕਥਾ ਬੜੀ ਸ਼ਰਧਾ ਭਾਵਨਾ ਸਤਿਕਾਰ ਨਾਲ ਕੈਂਥਲ ਦੀ ਧਰਤੀ ਤੇ ਲਿਖੀ ਹੈ। ਭਾਈ ਸਾਹਿਬ ਸੰਤੋਖਸਰ ਸਰੋਵਰ ਦੀ ਸੇਵਾ ਦੀ ਕਥਾ ਲਿਖ ਰਹੇ ਹਨ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸਭ ਤੋਂ ਪਹਿਲਾ ਸਰੋਵਰ ਜਿਹੜੀ ਕਾਰ ਸੇਵਾ ਗੁਰੂ ਸਾਹਿਬ ਜੀ ਨੇ ਪ੍ਰਾਰੰਭ ਕੀਤੀ, ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ, ਉਹ ਸੰਤੋਖਸਰ ਸਰੋਵਰ ਹੈ। ਤੋ ਸੰਤੋਖਸਰ ਸਰੋਵਰ ਦੀ ਸੇਵਾ ਪੱਕਿਆਂ ਕਰਾਉਣ ਦੀ ਸੇਵਾ ਗੁਰੂ ਅਰਜਨ ਸਾਹਿਬ ਜੀ ਨੂੰ ਹੁਕਮ ਕੀਤਾ ਸੀ ਗੁਰੂ ਰਾਮਦਾਸ ਸਾਹਿਬ ਨੇ, ਕਿਉਂਕਿ ਕਾਫੀ ਅਰਸਾ ਪਹਿਲਾਂ ਸੇਵਾ ਸ਼ੁਰੂ ਹੋਈ ਸੀ, ਥੋੜੀ ਜਿਹੀ ਖੁਦਾਈ ਹੋਈ ਸੀ। ਨਿਸ਼ਾਨੀ ਸੀ ਕਿ ਲਾਗੇ ਟਾਹਲੀ ਹੈ, ਟਾਹਲੀ ਦੇ ਨੇੜੇ ਸਰੋਵਰ ਦੀ ਖੁਦਾਈ ਹੈ। ਉਹ ਜਗ੍ਹਾ ਦੀ ਭਾਲ ਕਰਕੇ ਗੁਰੂ ਅਰਜਨ ਸਾਹਿਬ ਜੀ ਨੇ ਸੰਤੋਖਸਰ ਸਰੋਵਰ ਦੀ ਸੇਵਾ ਪ੍ਰਾਰੰਭ ਕੀਤੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰਦੇਵ ਦੇ ਪਾਵਨ ਸਥਾਨਾਂ ਦੀ ਇਹ ਕਥਾ ਹੈ। ਸੰਤੋਖਸਰ ਜਿੱਥੋਂ ਸਬਰ ਤੇ ਸੰਤੋਖ ਦੀ ਦਾਤ ਗੁਰਸਿੱਖ ਪ੍ਰਾਪਤ ਕਰਦੇ ਹਨ। ਵਿਵੇਕਸਰ ਜਿੱਥੋਂ ਵਿਵੇਕ ਪ੍ਰਾਪਤ ਕਰਦੇ ਹਨ। ਅੰਮ੍ਰਿਤਸਰ ਸਰੋਵਰ ਉਹ ਪਾਵਨ ਤਾਲ ਹੈ ਜਿੱਥੋਂ ਆਪਣੇ ਨਿਜ ਸਰੂਪ ਰੂਪੀ ਅੰਮ੍ਰਿਤ ਦੀ ਦਾਤ ਪ੍ਰਾਪਤ ਹੁੰਦੀ ਹੈ। ਇਸੇ ਤਰ੍ਹਾਂ ਕੌਲਸਰ ਸਾਹਿਬ ਵਿਖੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਭਾਵਨਾ ਸਹਿਤ ਹਿਰਦੇ ਵਿੱਚ ਜਦੋਂ ਧਿਆਨ ਧਾਰਨ ਕਰਕੇ ਇਸ਼ਨਾਨ ਕਰੀਏ, ਹਿਰਦਾ ਕਮਲ ਖਿੜ ਜਾਂਦਾ ਹੈ। ਰਾਮਸਰ ਸਾਹਿਬ ਵਾਲੇ ਪਾਵਨ ਸਥਾਨ ਤੇ ਗੁਰੂ ਕੀ ਪਾਵਨ ਅੰਮ੍ਰਿਤ ਬਾਣੀ ਉਤਰੀ ਹੈ। ਗੁਰਬਾਣੀ ਦਾ ਅਦਬ ਸਤਕਾਰ ਹਿਰਦੇ 'ਚ ਭਾਵਨਾ ਸਹਿਤ ਵਸਦਾ ਹੈ। ਇਹ ਪੰਜ ਸਰੋਵਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਲਾ ਕੇ
ਸਾਰੇ ਗੁਰਸਿੱਖਾਂ ਤੇ ਨਹੀਂ, ਪੂਰੇ ਸੰਸਾਰ ਭਰ ਦੇ ਉੱਤੇ ਬੜਾ ਵੱਡਾ ਪਰਉਪਕਾਰ ਕੀਤਾ ਹੈ। ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ। ਸਰਵਣ ਕਰੀਏ ਗੁਰ ਇਤਿਹਾਸ, ਗੁਰੂ ਚਰਨਾਂ 'ਚ ਹਾਜ਼ਰੀ ਲਵਾਉਂਦੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਬ੍ਰਿੰਦ ਖਨੇ ਸਿਰ ਮਿਰਤ ਕਾ ਤਾਰੇ। ਬਹੁਤ ਸਾਰੇ ਗੁਰਸਿੱਖ ਮਜ਼ਦੂਰ ਕਾਮੇ ਸਰੋਵਰ ਦੀ ਸੇਵਾ ਵਿੱਚ ਲੱਗੇ ਹੋਏ ਨੇ। ਖੁਦਾਈ ਹੋ ਰਹੀ ਹੈ। ਖੁਦਾਈ ਕਰਕੇ ਟੋਕਰੀਆਂ 'ਚ ਮਿੱਟੀ ਭਰ ਕੇ ਉਹ ਟੋਕਰੀਆਂ ਸੀਸ ਤੇ ਚੁੱਕਦੇ ਹਨ। ਲੈ ਕਰ ਵੈਰ ਜਾਏ ਤਟ ਡਾਰੇ। ਔਰ ਟੋਕਰੀਆਂ 'ਚ ਮਿੱਟੀ ਭਰ ਕੇ ਸਿਰ ਤੇ ਚੁੱਕ ਕੇ ਉੱਥੋਂ ਬਾਹਰ ਜਾ ਕੇ ਕਿਨਾਰੇ ਤੇ ਸੁੱਟਦੇ ਹਨ। ਅਨਗਨ ਮਾਨਵ ਆਵਨ ਲਾਗੇ। ਜਦੋਂ ਇਹ ਕਾਰ ਸੇਵਾ ਦਾ ਕੁੰਭ ਸਤਿਗੁਰੂ ਸੱਚੇ ਪਾਤਸ਼ਾਹ ਨੇ ਲਾਇਆ, ਮਹਾਰਾਜ ਜੀ ਦੇ ਪਾਵਨ ਸਰੋਵਰ ਦੀ ਕਾਰ ਸੇਵਾ ਹੋਣ ਲੱਗੀ, ਤਾਂ ਅਣਗਿਣਤ ਮਾਨਵ ਆ ਕੇ ਸੇਵਾ ਵਿੱਚ ਹਿੱਸਾ ਪਾਉਣ ਲੱਗੇ। ਅਣਗਿਣਤ ਹੀ ਪ੍ਰਾਣੀ ਆ ਕੇ ਸੇਵਾ ਕਰਨ ਲੱਗੇ। ਕਿਤੇ ਮਜੂਰ ਸਿੱਖ ਵੱਡ ਭਾਗੇ। ਕਿਤਨੇ ਹੀ ਮਜ਼ਦੂਰ ਆਏ ਹਨ ਜਿਨ੍ਹਾਂ ਨੂੰ ਦੋਵੇਂ ਫਲ ਪ੍ਰਾਪਤ ਹੋ ਰਹੇ ਨੇ, ਸੇਵਾ ਦਾ ਵੀ ਔਰ ਰੋਜੀ ਰੋਟੀ ਵਾਸਤੇ ਗੁਰੂ ਸਾਹਿਬ ਦੇ ਕੋਲੋਂ ਮਾਇਆ ਦਾ ਖਜ਼ਾਨਾ ਵੀ ਪ੍ਰਾਪਤ ਹੁੰਦਾ ਹੈ। ਇੱਦਾਂ ਬਹੁਤ ਸਾਰੇ ਵੱਡਿਆਂ ਭਾਗਾਂ ਵਾਲੇ ਸੇਵਕ ਸਿੱਖ ਉਹ ਵੀ ਆ ਕੇ ਟੋਕਰੀ ਢੋਣ ਦੀ ਸੇਵਾ ਕਰਦੇ ਹਨ। ਇਮ ਦਿਨ ਪ੍ਰਤ ਸ਼੍ਰੀ ਅਰਜਨ ਨਾਥ। ਇਸੇ ਤਰ੍ਹਾਂ ਦਿਨ ਪ੍ਰਤੀ ਦਿਨ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜਗਤਨਾਥ ਸਤਿਗੁਰੂ ਜੀ ਲੈ ਕਰ ਸਿੱਖ ਸੰਗਤ ਕੇ ਸਾਥ। ਸਾਰੀ ਸਿੱਖ ਸੰਗਤ ਨੂੰ ਆਪਣੇ ਨਾਲ ਲੈ ਕੇ, ਸੰਗਤ ਨੂੰ ਸਾਰੀ ਨੂੰ ਨਾਲ ਲੈ ਕੇ ਸਤਿਗੁਰੂ ਜੀ ਪਹੁੰਚਦੇ ਨੇ। ਜੈ ਕਹਤੇ ਬੋ ਕਰੇ ਬੁਲਾਵਨ। ਸੰਗਤਾਂ ਨੂੰ ਸੱਦੇ ਦੇ ਦੇ ਕੇ ਬੁਲਾਇਆ ਹੈ। ਸੱਦੇ ਭੇਜ ਕੇ, ਹੁਕਮਨਾਮੇ ਭੇਜ ਕੇ ਸੱਦਿਆ ਕਿ ਭਾਈ ਆਓ, ਜਿਨ੍ਹਾਂ ਨੇ ਸੇਵਾ ਕਰਨੀਆਂ ਤਨ ਕਰਕੇ, ਮਨ ਕਰਕੇ, ਧਨ ਕਰਕੇ ਆ ਕੇ ਗੁਰੂ ਕੇ ਪਾਵਨ ਸਰੋਵਰਾਂ ਦੀ ਸੇਵਾ ਕਰੋ। ਖਾਲਸਾ ਜੀ, ਗੁਰੂ ਘਰਾਂ ਦੇ ਵਿੱਚ, ਗੁਰੂ ਇਮਾਰਤਾਂ ਦੀ ਇਹ ਜਿਹੜੀ ਕਾਰ ਸੇਵਾ ਹੈ, ਇਹ ਵੱਡਿਆਂ ਸਤਿਗੁਰਾਂ ਨੇ, ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਸਮੇਂ ਤੋਂ ਹੀ ਪ੍ਰਾਰੰਭ ਕਰ ਦਿੱਤੀ। ਗੁਰਸਿੱਖ ਗੁਰੂ ਸਾਹਿਬਾਂ ਦੇ ਪਾਵਨ ਸਥਾਨਾਂ ਦੀ ਕਾਰ ਸੇਵਾ ਵਿੱਚ ਸੇਵਾ ਕਰਦੇ, ਤਨ ਕਰਕੇ, ਮਨ ਕਰਕੇ, ਧਨ ਕਰਕੇ ਜਦੋਂ ਸੇਵਾ ਕਰਦੇ ਤੇ ਆਪਣਾ ਜੀਵਨ ਸਫਲਾ ਹੋਇਆ ਜਾਣਦੇ ਹਨ ਕਿ ਸਾਡੀ ਸੇਵਾ ਗੁਰੂ ਸਾਹਿਬ ਦੇ ਚਰਨਾਂ 'ਚ ਸਫਲੀ ਹੋ ਜਾਵੇ। ਸਾਡਾ ਇਹ ਸਰੀਰ ਸਕਾਰਥਾ ਹੋਵੇਗਾ ਜਦੋਂ ਸੇਵਾ ਕਰਾਂਗੇ। ਇਸ ਕਰਕੇ ਬਹੁਤ ਸਾਰੇ ਗੁਰਸਿੱਖ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸੱਦਾ ਸੁਣ ਕੇ ਸੰਤੋਖਸਰ ਸਾਹਿਬ ਦੀ ਸੇਵਾ ਦੇ ਵਿੱਚ ਆਉਂਦੇ ਹਨ। ਗਨ ਮਜੂਰ ਜੁਤ ਕਰਤ ਖਨਾਵਨ। ਬਹੁਤ ਸਾਰੇ ਮਜ਼ਦੂਰ ਵੀ ਆਉਂਦੇ, ਕਾਮੇ ਵੀ ਆਉਂਦੇ, ਜਿਨ੍ਹਾਂ ਨੂੰ ਕੰਮ ਨਹੀਂ ਸੀ ਮਿਲਦਾ, ਉਹਨਾਂ ਨੂੰ ਰੋਜ਼ਗਾਰ ਮਿਲ ਗਿਆ, ਕੰਮ ਮਿਲ ਗਿਆ, ਆ ਕੇ ਸੇਵਾ ਕਰਦੇ ਹਨ। ਦੋਹਰਾ ਫਲ ਪ੍ਰਾਪਤ ਹੁੰਦਾ ਹੈ। ਇੱਕ ਤਾਂ ਸੇਵਾ ਕਰਦੇ ਹਨ, ਦੂਜਾ ਮਹਾਰਾਜ ਜੀ ਦੇ ਕੋਲੋਂ ਖਜ਼ਾਨਾ ਵੀ ਮਿਲਦਾ, ਉਹਨਾਂ ਦੇ ਰੋਜ਼ੀਨੇ ਵਾਸਤੇ ਉਹਨਾਂ ਨੂੰ ਮਾਇਆ ਵੀ ਮਿਲਦੀ, ਦਿਹਾੜੀ ਵੀ ਮਿਲਦੀ ਹੈ। ਏਦਾਂ ਆਪਣਾ ਜੀਵਨ ਸਫਲਾ ਹੋਇਆ ਜਾਣਦੇ ਹਨ। ਬੈਠੇ ਜਾਏ ਤਹਾਂ ਕੇ ਤੀਰ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਜਿੱਥੇ ਟਾਹਲੀ ਹੈ ਨਾ, ਸੰਤੋਖਸਰ ਸਰੋਵਰ ਤੇ, ਉੱਥੇ ਟਾਹਲੀ ਦੇ ਥੱਲੇ ਆ ਕੇ ਮਹਾਰਾਜ ਜੀ ਬੈਠ ਜਾਂਦੇ ਹਨ ਦਿਨ ਵੇਲੇ। ਖੋਦੇ ਬੋ ਮਾਨਵ ਕੀ ਪੀਰ। ਔਰ ਬਹੁਤ ਸਾਰੇ ਸਿੱਖਾਂ ਦੀ ਜਿਹੜੀ ਭੀੜ ਹੈ ਜਾਂ ਸੰਗਤ ਹੈ, ਉਹ ਉੱਥੇ ਖੁਦਾਈ ਕਰਦੇ ਹਨ। ਵੱਡਾ ਸਰੋਵਰ ਬਣਨਾ, ਚਾਰ ਕੋਣਾਂ ਵਾਲਾ, ਚਾਰੇ ਪਾਸਿਓਂ ਬਰਾਬਰ ਬਣਾਉਣਾ ਹੈ। ਇਸ ਕਰਕੇ ਇੱਕ ਦੋ ਦਿਨਾਂ ਵਿੱਚ ਤਾਂ ਨਹੀਂ ਨਾ ਹੋਣੀ ਸੀ ਇਹ ਸੇਵਾ। ਵੱਡੀ ਸੇਵਾ ਸੀ, ਲੰਮੇ ਸਮੇਂ ਤੱਕ ਚੱਲਣੀ ਸੀ। ਇਸ ਪ੍ਰਕਾਰ ਨਾਲ ਕਹਿੰਦੇ ਸਾਰਾ ਦਿਨ ਖੁਦਾਈ ਹੁੰਦੀ, ਬਹੁਤ ਸਾਰੀ ਸੰਗਤ ਸੇਵਾ ਕਰਦੀ ਹੈ। ਇੱਕ ਖਨਨੀ ਗਏ ਖਨੇ ਸਬਲ ਥਲ। ਸੇਵਾ ਕਰਨ ਵਾਲੇ ਕਿਵੇਂ ਸੇਵਾ ਕਰ ਰਹੇ ਨੇ? ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਇਹੋ ਜਿਹਾ ਉਪਕਾਰ ਕੀਤਾ ਸਾਡੇ ਤੇ ਕਥਾ ਲਿਖ ਕੇ ਕਿ ਜਦੋਂ ਲਿਖਦੇ ਨੇ ਇੰਨੀ ਬਰੀਕੀ ਤੇ ਸੂਖਸ਼ਮ ਭਾਵ 'ਚ ਜਾ ਕੇ ਲਿਖਦੇ ਨੇ ਕਿ ਕੱਲੀ ਕੱਲੀ ਚੀਜ਼ ਦਾ ਉੱਥੋਂ ਦਾ ਵਰਣਨ ਕਰਦੇ ਹਨ। ਇਉਂ ਜਾਪਦਾ ਹੈ ਕਿ ਸਾਡੀਆਂ ਅੱਖਾਂ ਦੇ ਸਾਹਮਣੇ ਹੀ ਸਾਰਾ ਕੁਝ ਹੋ ਰਿਹਾ ਹੈ।
ਇਹ ਭਾਈ ਸਾਹਿਬ ਜੀ ਦੀ ਲਿਖਣ ਦੀ ਬੜੀ ਸੁੰਦਰ ਸ਼ੈਲੀ ਹੈ ਮਹਾਕਵੀ ਜੀ ਦੀ। ਤੋ ਇਹ ਅਵਤਾਰੀ ਪੁਰਸ਼ਾਂ ਦੇ ਪਾਸ ਹੀ ਹੁੰਦੀ ਹੈ, ਤਦੇ ਗੁਰੂ ਪੰਥ ਨੇ ਉਹਨਾਂ ਨੂੰ ਮਹਾਕਵੀ ਦਾ ਇਹ ਖਿਤਾਬ ਦਿੱਤਾ ਹੈ। ਮਹਾਕਵੀ ਦਾ ਕਵੀ ਰਾਜ ਮਹਾਕਵੀ, ਇਹ ਖਿਤਾਬ ਪੰਥ ਨੇ ਮਹਾਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੂੰ ਦਿੱਤਾ ਹੈ। ਲਿਖਦੇ ਨੇ, ਕਹਿੰਦੇ ਸੁਣੋ ਜੀ ਸੇਵਾ ਕੀ ਹੋ ਰਹੀ ਹੈ। ਕਹਿੰਦੇ ਕਈ ਗੁਰਸਿੱਖਾਂ ਨੇ ਆਪਣੇ ਹੱਥਾਂ ਦੇ ਵਿੱਚ ਕਈਆਂ ਫੜੀਆਂ ਹੋਈਆਂ ਤੇ ਕਈਆਂ ਨਾਲ ਖੁਦਾਈ ਕਰ ਰਹੇ ਹਨ ਤੇ ਕਈ ਟੋਕਰੀਆਂ ਦੇ ਵਿੱਚ ਉਸ ਮਿੱਟੀ ਨੂੰ ਭਰ ਰਹੇ ਨੇ। ਕਈਆਂ ਦੇ ਹੱਥਾਂ ਦੇ ਵਿੱਚ ਉਹ ਡੂੰਘੇ ਉਧਾਣ ਨੇ, ਉਹਦੇ ਨਾਲ ਉਹ ਖੁਦਾਈ ਕਰੀ ਜਾਂਦੇ ਨੇ ਪੁੱਟ-ਪੁੱਟ ਕੇ। ਪਿਛਲੇ ਪਾਸਿਓਂ ਕਈ ਦੇ ਨਾਲ ਮਿੱਟੀ ਨਰਮ ਕਰਕੇ ਫਿਰ ਉਹ ਟੋਕਰਿਆਂ ਦੇ ਵਿੱਚ ਭਰੀ ਜਾਂਦੇ ਹਨ। ਔਰ ਕਈ ਸਿੱਖ ਉਹ ਟੋਕਰੇ ਚੁਕਾਉਣ ਦੀ ਸੇਵਾ ਕਰ ਰਹੇ ਨੇ, ਕਈ ਚੁੱਕ ਕੇ ਬਾਹਰ ਲਿਜਾਣ ਦੀ ਸੇਵਾ ਕਰ ਰਹੇ ਹਨ। ਏਕ ਨਿਕਾਸੇ ਪਾਖੇ ਚੱਲ ਚੱਲ, ਇੱਕ ਮਿੱਟੀ ਕੱਢਦੇ ਨੇ, ਇੱਕ ਕਹਿੰਦੇ ਚਲੋ ਭਾਈ ਚਲੋ। ਨਾਲ ਜਿਹੜੇ ਹੱਲਾ ਸ਼ੇਰੀ ਦੇਣ ਵਾਲੇ ਹੁੰਦੇ ਸੇਵਾ ਦੇ ਵਿੱਚ, ਉਹ ਕਹਿੰਦੇ ਚਲੋ ਭਾਈ ਚਲੋ, ਚਲਦੇ ਚਲੋ, ਚਲਦੇ ਚਲੋ। ਏਦਾਂ ਨਾਲ ਦੱਸਦੇ ਨੇ ਆਵਾਜ਼ ਮਾਰ ਕੇ, ਤਰੇ ਭਾਵਨਾ ਕੀਤਕ ਆਵੇਂ। ਭਾਵਨਾ ਧਾਰਨ ਕਰਕੇ, ਕਿਉਂਕਿ ਸੇਵਾ ਵਿੱਚ ਸਭ ਤੋਂ ਜ਼ਰੂਰੀ ਗੁਣ ਹੈ ਭਾਵਨਾ ਦਾ। ਭਾਵਨਾ ਬਿਨਾਂ ਸੇਵਾ ਸਫਲ ਨਹੀਂ ਹੁੰਦੀ। ਤੋ ਬਹੁਤ ਸਾਰੇ ਗੁਰਸਿੱਖ ਭਾਵਨਾ ਧਾਰਨ ਕਰਕੇ ਆਉਂਦੇ ਨੇ ਸੇਵਾ ਕਰਨ ਲਈ। ਤੀਰਥ ਖਨੇ ਤਥਾ ਫਲ ਪਾਵੇਂ। ਭਾਵਨਾ ਕੀ ਰੱਖਦੇ ਨੇ ਕਿ ਗੁਰੂ ਅਰਜਨ ਸਾਹਿਬ ਜੀ ਬੜਾ ਵੱਡਾ ਤੀਰਥ ਲਾ ਰਹੇ ਨੇ, ਤੀਰਥ ਦੀ ਸੇਵਾ ਹੈ। ਇਹ ਭਾਵਨਾ ਹੈ ਕਿ ਇਹ ਤੀਰਥ ਲੱਗ ਰਿਹਾ। ਗੁਰੂ ਰਾਮਦਾਸ ਸਾਹਿਬ ਜੀ ਦੀ ਸ਼ੁਰੂਆਤ ਕਰਕੇ ਗਏ ਨੇ, ਇਹ ਤੀਰਥ ਦੀ ਸੇਵਾ ਚੱਲ ਰਹੀ। ਇਹ ਭਾਵਨਾ ਕਰਕੇ ਸੇਵਾ ਕਰਨ ਆਉਂਦੇ ਹਨ। ਕੀਤਕ ਸਿੱਖ ਆਪ ਚੱਲ ਆਏ। ਕਈਆਂ ਨੂੰ ਤਾਂ ਸੱਦਾ ਮਿਲਿਆ ਪਹੁੰਚ ਗਏ, ਕਈ ਆਪ ਹੀ ਆ ਪਹੁੰਚੇ ਹਨ। ਕੀਤਕ ਸ਼੍ਰੀ ਅਰਜਨ ਬੁਲਵਾਏ। ਕਈਆਂ ਨੂੰ ਗੁਰੂ ਅਰਜਨ ਸਾਹਿਬ ਨੇ ਸੱਦੇ ਭੇਜ ਕੇ ਬੁਲਵਾਇਆ। ਭਾਈ ਜਹਾਂ ਕੈ ਪਸਰੀ ਗਾਥਾ। ਸਾਰੇ ਪਾਸੇ ਗਾਥਾ ਪਸਰ ਗਈ। ਇਹ ਪ੍ਰਸੰਗ ਸਾਰੇ ਪਾਸੇ ਪਸਰ ਗਿਆ ਕਿ ਗੁਰੂ ਸਾਹਿਬ ਜੀ ਸੰਤੋਖਸਰ ਸਰੋਵਰ ਦੀ ਕਾਰ ਸੇਵਾ ਕਰਵਾ ਰਹੇ ਨੇ। ਸੁਨ ਸੁਨ ਆਏ ਨਾਏ ਪਦ ਮਾਥਾ। ਬਹੁਤ ਸਾਰੇ ਸਿੱਖ ਸੁਣ ਸੁਣ ਕੇ ਆਉਂਦੇ ਨੇ, ਆ ਕੇ ਮਹਾਰਾਜ ਗੁਰੂ ਅਰਜਨ ਸਾਹਿਬ ਦੇ ਚਰਨਾਂ ਤੇ ਸੀਸ ਝੁਕਾਉਂਦੇ। ਸੀਸ ਝੁਕਾ ਕੇ ਮਹਾਰਾਜ ਪੰਜਵੇਂ ਪਾਤਸ਼ਾਹ ਨੂੰ ਨਮਸਕਾਰ ਕਰਦੇ ਹਨ। ਮਹਾ ਚੋਪ ਤੇ ਕਾਰ ਨਿਕਾਰੇ। ਬੜੇ ਚੌਂਪ ਨਾਲ, ਚੌਂਪ ਦਾ ਮਤਲਬ ਹੁੰਦਾ ਚਾਅ ਨਾਲ, ਚਾਅ ਦੇ ਨਾਲ ਵਿੱਚੋਂ ਕਾਰ ਕਰਦੇ ਨੇ, ਸੇਵਾ ਕਰਦੇ ਹਨ। ਸਿਮਰੈ ਨਾਮ ਬਿਗਨ ਕੋ ਟਾਰੇ। ਔਰ ਨਾਲ ਨਾਲ ਸੇਵਾ ਦੇ ਸਿਮਰਨ ਕਰਦੇ ਨੇ। ਸਿਮਰਨ ਕਰਕੇ ਵਿਘਨ ਟਲਦੇ ਨੇ। ਖਾਲਸਾ ਜੀ ਸੇਵਾ ਕਰਕੇ ਅੰਤਸ਼ਕਰਨ ਸ਼ੁੱਧ ਹੁੰਦਾ ਤੇ ਸਿਮਰਨ ਕਰਕੇ ਵਿਘਨਾਂ ਦਾ ਨਾਸ਼ ਹੁੰਦਾ। ਇਹ ਦੋਵੇਂ ਚੀਜ਼ਾਂ ਹਨ। ਸੇਵਾ ਮਨ ਸ਼ੁੱਧ ਕਰਦੀ ਹੈ ਤੇ ਸਿਮਰਨ ਵਿਘਨਾਂ ਦਾ ਨਾਸ਼ ਕਰਦਾ ਹੈ। ਤੋ ਗੁਰਸਿੱਖ ਸੇਵਾ ਵੀ ਕਰਦੇ ਨੇ, ਨਾਲ ਸਿਮਰਨ ਵੀ ਕਰਦੇ ਨੇ। ਸਿਮਰਨ ਦੇ ਨਾਲ ਵਿਘਨਾਂ ਦਾ ਨਾਸ਼ ਹੁੰਦਾ ਹੈ। ਵਿਘਨ ਵਿਨਾਸ਼ਨ ਸਭ ਦੁਖ ਨਾਸਨ, ਸਤਿਗੁਰ ਨਾਮ ਦਰੜਾਇਆ। ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਕਰ ਆਇਆ। ਸਿਮਰਨ ਜਿਹੜਾ ਹੈ ਉਹ ਵਿਘਨਾਂ ਦਾ ਨਾਸ਼ ਕਰਦਾ ਹੈ। ਤੋ ਨਾਮ ਸਿਮਰਨ ਦੀ ਕਮਾਈ ਨਾਲ ਨਾਲ ਗੁਰਸਿੱਖ ਕਰਦੇ ਹਨ। ਕੋ ਆਵਤ ਕੋ ਜਾਤ ਅਨੇਕ। ਕੋਈ ਆ ਰਿਹਾ ਕੋਈ ਜਾ ਰਿਹਾ, ਜਥਾ ਸ਼ਕਤ ਜਿੰਨੀ ਜਿੰਨੀ ਕਿਸੇ ਕੋਲੋਂ ਸੇਵਾ ਹੁੰਦੀ ਉਹ ਕਰਦੇ ਹਨ। ਤੋ ਇਸ ਪ੍ਰਕਾਰ ਨਾਲ ਕੋਈ ਆ ਰਿਹਾ ਤੇ ਕੋਈ ਜਾ ਰਿਹਾ। ਕੋ ਸੇਵਾ ਕਰ ਲਹੇ ਬਵੇਕ। ਕਈ ਗੁਰਸਿੱਖ ਸੇਵਾ ਕਰਕੇ ਪਰਮ ਵਿਵੇਕ ਦੀ ਅਵਸਥਾ ਨੂੰ ਪ੍ਰਾਪਤ ਹੋ ਰਹੇ ਨੇ। ਖਾਲਸਾ ਜੀ ਗੁਰੂ ਘਰ ਦੀ ਸੇਵਾ ਇਤਨੀ ਉੱਤਮ ਸੇਵਾ ਹੈ ਕਿ ਜਿਹੜਾ ਗਿਆਨ ਕਿਸੇ ਯੂਨੀਵਰਸਿਟੀ ਚੋਂ ਨਹੀਂ ਮਿਲਦਾ, ਜਿਹੜਾ ਗਿਆਨ ਕਿਸੇ ਕਾਸ਼ੀ ਬਨਾਰਸ ਵਰਗੇ ਸ਼ਹਿਰਾਂ ਚੋਂ ਪ੍ਰਾਪਤ ਨਹੀਂ ਹੁੰਦਾ ਵਿਦਵਾਨਾਂ ਪੰਡਤਾਂ ਦੇ ਪਾਸ, ਉਹ ਗਿਆਨ ਗੁਰੂ ਘਰ ਦੇ ਵਿੱਚ ਟੋਕਰੀ ਢੋਂਦਿਆਂ ਪ੍ਰਾਪਤ ਹੋ ਜਾਂਦਾ ਹੈ। ਐਸਾ ਪਰਮ ਵਿਵੇਕ ਗੁਰਸਿੱਖਾਂ ਨੂੰ ਸੇਵਾ ਕਰਕੇ ਪ੍ਰਾਪਤ ਹੋ ਰਿਹਾ ਹੈ। ਵਿਵੇਕ ਕਿਸ ਨੂੰ ਕਹਿੰਦੇ ਹਨ? ਵਿਵੇਕ ਬਿਵ ਨਾਮ ਦੋ ਦਾ ਹੈ। ਦੋ ਨੂੰ ਛੱਡ ਕੇ ਇੱਕ 'ਚ ਸੁਰਤ ਦਾ ਟਿਕ ਜਾਣਾ ਉਹਨੂੰ ਕਹਿੰਦੇ ਨੇ ਵਿਵੇਕ। ਜਦੋਂ ਦੋ ਨੂੰ ਛੱਡ ਕੇ ਇੱਕ 'ਚ ਸੁਰਤ ਟਿਕ ਜਾਏ
ਉਹਨੂੰ ਵਿਵੇਕ ਕਹਿੰਦੇ। ਜਿਹੜੇ ਇੱਥੇ ਸੇਵਾ ਕਰਨ ਵਾਲੇ ਗੁਰਸਿੱਖ ਨੇ, ਕਈ ਸਿੱਖ ਸੇਵਾ ਕਰਕੇ ਵਿਵੇਕ ਨੂੰ ਪ੍ਰਾਪਤ ਹੋ ਰਹੇ, ਸਾਰਿਆਂ ਦੀ ਗੱਲ ਨਹੀਂ ਹੋ ਰਹੀ, ਕਈ ਉਹਨਾਂ ਵਿੱਚੋਂ 94 ਗੱਲਾਂ ਕੁਝ ਕੁ ਗੁਰਸਿੱਖਾਂ ਦੀ। ਭਾਈ ਸਾਲੋ ਜੀ ਵਰਗੇ, ਭਾਈ ਬਹਿਲੋ ਜੀ ਵਰਗੇ ਸਿੱਖ, ਉਹ ਕੁਝ ਸਿੱਖ ਜਿਹੜੇ ਨੇ ਸੇਵਾ ਕਰਕੇ ਵਿਵੇਕ ਨੂੰ ਪ੍ਰਾਪਤ ਕਰ ਰਹੇ ਨੇ। ਕੋ ਜਗ ਸੁਖ ਕੋ ਬਾਂਛਤ ਆਵੇ। ਕਈ ਗੁਰਸਿੱਖ ਮਨ ਦੇ ਵਿੱਚ ਬਾਂਛਾ ਰੱਖ ਕੇ ਆਉਂਦੇ ਕਿ ਮਹਾਰਾਜ ਜੀ ਅਸੀਂ ਤੁਹਾਡੇ ਸਥਾਨਾਂ ਦੀ ਸੇਵਾ ਕਰਾਂਗੇ, ਸਾਡੀ ਇਹ ਕਾਮਨਾ ਪੂਰੀ ਹੋ ਜਾਏ। ਉਹ ਸੇਵਾ ਕਰਦੇ ਨੇ, ਆ ਕੇ ਮਨ 'ਚ ਕੋਈ ਨਾ ਕੋਈ ਕਾਮਨਾ ਹੁੰਦੀ। ਕਿਹਦੇ ਕੋਲੋਂ ਕਰਨੀ ਕਾਮਨਾ? ਗੁਰੂ ਕੋਲੋਂ ਹੀ ਕਰਨੀ ਆ। ਗੁਰਸਿੱਖ ਨੇ ਸਤਿਗੁਰਾਂ ਕੋਲੋਂ ਹੀ ਮੰਗਣਾ। ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਗੁਰਦੇਵ ਦੇ ਚਰਨਾਂ 'ਚੋਂ ਤਾਂ ਮੰਗਣਾ ਸਾਰਾ ਕੁਝ। ਤੋ ਕਾਮਨਾ ਵਾਲੇ ਸਿੱਖ ਵੀ ਹੁੰਦੇ, ਨਿਸ਼ਕਾਮ ਵੀ ਹੁੰਦੇ, ਸਾਰੇ ਕੁਝ ਨਹੀਂ ਨਾ ਹੁੰਦੇ। ਜਿਹੋ ਜਿਹਾ ਕੋਈ ਅਧਿਕਾਰੀ ਆ, ਉਹੋ ਜਿਹਾ ਉਪਦੇਸ਼ ਸਤਿਗੁਰੂ ਜੀ ਉਹਨੂੰ ਦੇਈ ਜਾਂਦੇ ਹਨ। ਤੋ ਬਹੁਤ ਸਾਰੇ ਸਿੱਖ ਐਸੇ ਵੀ ਨੇ, ਜ਼ਿਆਦਾ ਗਿਣਤੀ ਇਹੋ ਜਿਹੇ ਸਿੱਖਾਂ ਦੀ ਹੁੰਦੀ, ਅੱਜ ਵੀ ਹੈ, ਪਹਿਲਾਂ ਵੀ, ਅੱਗੇ ਵੀ ਹੈ, ਜਿਨ੍ਹਾਂ ਅੰਦਰ ਕੋਈ ਨਾ ਕੋਈ ਕਾਮਨਾ ਹੁੰਦੀ, ਕਾਮਨਾ ਧਾਰ ਕੇ ਆਉਂਦੇ ਕਿ ਮਹਾਰਾਜ ਸੱਚੇ ਪਾਤਸ਼ਾਹ ਅਸੀਂ ਆਪ ਜੀ ਦੇ ਸਥਾਨਾਂ ਤੇ ਹਾਜ਼ਰ ਹੋਵਾਂਗੇ, ਸਾਡੀ ਇਹ ਕਾਮਨਾ ਪੂਰੀ ਕਰੋ, ਅਸੀਂ ਸੇਵਾ ਕਰਾਂਗੇ। ਤੋ ਇਸ ਪ੍ਰਕਾਰ ਨਾਲ ਬਹੁਤ ਸਾਰੇ ਸਿੱਖ ਸੇਵਾ ਵਾਸਤੇ ਆਉਂਦੇ ਕਾਮਨਾ ਰੱਖ ਕੇ। ਸੁਤ ਬਿਤਿਆਦਿਕ ਸੋ ਤੈ ਪਾਵੇ। ਕਾਮਨਾਵਾਂ ਕੀ ਹੁੰਦੀਆਂ? ਪੁੱਤਰ ਦੀ ਕਾਮਨਾ ਹੈ, ਧਨ ਦੀ ਕਾਮਨਾ ਹੈ, ਸੰਸਾਰ ਦੇ ਕਿਸੇ ਪਦਾਰਥ ਦੀ ਕਾਮਨਾ ਹੈ, ਕਈ ਤਰ੍ਹਾਂ ਦੀਆਂ ਕਾਮਨਾਵਾਂ। ਤੋ ਜਿਹੜੀ ਜਿਹੜੀ ਕਾਮਨਾ ਧਾਰ ਕੇ ਸੰਤੋਖਸਰ ਸਰੋਵਰ ਦੀ ਸੇਵਾ ਕਰਦੇ ਨੇ ਸਿੱਖ, ਆ ਕੇ ਉਹਨਾਂ ਦੀਆਂ ਉਹ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਪ੍ਰਾਤ ਹੋਤ ਲੈ ਸੰਗ ਸਬਨ ਕੋ। ਜਦੋਂ ਦਿਨ ਚੜ੍ਹਦਾ, ਸਵੇਰ ਹੁੰਦੀ ਹੈ, ਤਾਂ ਸਾਰਿਆਂ ਨੂੰ ਨਾਲ ਲੈ ਕੇ ਸਗਰੇ ਦਿਨ ਮੈਂ ਕਰੇ ਖਨਨ ਕੋ। ਸਾਰਾ ਦਿਨ ਸਤਿਗੁਰੂ ਜੀ ਖੁਦਾਈ ਦੀ ਸੇਵਾ ਕਰਾਉਂਦੇ ਹਨ। ਸੰਧਿਆ ਹੋਤ ਜਾਤ ਵਿੱਚ ਗ੍ਰਾਮ। ਜਦੋਂ ਸੰਧਿਆ ਦਾ ਵੇਲਾ ਹੋ ਜਾਂਦਾ ਹੈ, ਸ਼ਾਮ ਹੋ ਜਾਂਦੀ ਹੈ, ਤੇ ਸੰਤੋਖਸਰ ਸਾਹਿਬ ਤੋਂ ਪਿੱਛੇ ਗੁਰੂ ਕੇ ਮਹਿਲਾਂ ਦਾ ਵਾਹਵਾ ਪੈਂਡਾ ਪੈ ਜਾਂਦਾ। ਤੋ ਸ਼ਾਮ ਦੇ ਵੇਲੇ ਵਾਪਸ ਆਪਣੇ ਨਗਰ ਵਿੱਚ ਗ੍ਰਾਮ 'ਚ ਆ ਜਾਂਦੇ ਹਨ। ਬਨੇ ਦੇਗ ਵੱਡ ਗੁਰ ਕੇ ਧਾਮ। ਗੁਰੂ ਕੇ ਲੰਗਰਾਂ ਦੇ ਵਿੱਚ ਖੁੱਲੇ ਲੰਗਰ ਤਿਆਰ ਹੁੰਦੇ, ਵੱਡੀ ਦੇਗ ਤਿਆਰ ਹੁੰਦੀ, ਯਾਨੀ ਕਿ ਖੁੱਲੇ ਗੱਫੇ ਲੰਗਰ ਪ੍ਰਸ਼ਾਦੇ ਦੇ ਤਿਆਰ ਹੁੰਦੇ ਹਨ। ਸਗਰੀ ਸੰਗਤ ਪਾਏ ਆਹਾਰੇ। ਜਿੰਨੀ ਸੰਗਤ ਹੈ, ਸਾਰੀ ਸੰਗਤ ਨੂੰ ਜਿੰਨੀ ਜਿੰਨੀ ਕਿਸੇ ਨੂੰ ਲੋੜ ਹੈ, ਉਹ ਭੋਜਨ ਗੁਰੂ ਕੇ ਲੰਗਰਾਂ ਚੋਂ ਪ੍ਰਾਪਤ ਹੁੰਦਾ ਹੈ। ਤਹਾਂ ਜਾਮਨੀ ਬਸੇ ਸਾਰੇ। ਫਿਰ ਰਾਤ ਉੱਥੇ ਹੀ ਟਿਕਾਣਾ ਕਰਦੇ, ਸਾਰਿਆਂ ਦੇ ਰਹਿਣ ਸਹਿਣ ਦਾ ਸੰਗਤ ਦਾ ਪ੍ਰਬੰਧ ਕੀਤਾ ਹੋਇਆ ਹੈ। ਸੇਵਾਵਾਂ ਦੇ ਵਿੱਚ ਐਸਾ ਹੀ ਹੁੰਦਾ ਹੈ, ਜਦੋਂ ਵੱਡੀ ਸੇਵਾ ਹੋਵੇ ਇਕੱਠੇ ਆਸਣ ਲੱਗ ਜਾਂਦੇ, ਸੰਗਤ ਟਿਕ ਜਾਂਦੀ। ਤੋ ਅੱਜ ਵਾਂਗੂ ਸੁਖ ਰਹਿਣੀ ਬਿਰਤੀ ਨਹੀਂ ਸੀ ਵੀ ਕੱਲੇ ਕੱਲੇ ਨੂੰ ਕਮਰਾ ਚਾਹੀਦਾ ਹੁੰਦਾ ਹੈ। ਗੁਰੂ ਘਰਾਂ ਵਿੱਚ ਜਦੋਂ ਵੱਡੇ ਜੋੜ ਮੇਲੇ ਹੁੰਦੇ, ਉੱਥੇ ਫਿਰ ਐਸੀ ਬਿਰਤੀ ਨਹੀਂ ਹੋਣੀ ਚਾਹੀਦੀ, ਜਿੱਥੇ ਆਸਣ ਮਿਲੇ ਉੱਥੇ ਟਿਕ ਜਾਓ। ਤੋ ਸਾਰੀ ਸੰਗਤ ਟਿਕੀ ਹੋਈ ਹੈ, ਜਿੱਥੇ ਰਾਤ ਨੂੰ ਸਾਰਿਆਂ ਦੇ ਰਹਿਣ ਸਹਿਣ ਦਾ ਪ੍ਰਬੰਧ ਹੈ। ਹੋਤ ਭੋਰ ਸਭ ਕਿਰਿਆ ਸੁਧਾਰ। ਸਵੇਰ ਹੁੰਦੀ ਤੇ ਸਾਰੇ ਆਪਣੀ ਕਿਰਿਆ ਸੋਧ ਕੇ ਕਰੇ ਜਾਏ ਤੀਰਥ ਕੀ ਕਾਰ। ਇਸ਼ਨਾਨ ਪਾਨ ਕਰਕੇ ਭਜਨ ਕਰਦੇ, ਅੰਮ੍ਰਿਤ ਵੇਲੇ ਬਾਣੀ ਪੜ੍ਹਦੇ ਗੁਰਸਿੱਖ, ਨਿਤਨੇਮ ਕਰਦੇ, ਕੋਈ ਜਪਜੀ ਸਾਹਿਬ ਪੜ੍ਹਦਾ ਹੈ, ਕੋਈ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੱਖਣੀ ਓਂਕਾਰ ਦਾ ਪਾਠ ਕਰਦਾ, ਕੋਈ ਸਿੱਧ ਗੋਸ਼ਟ ਪੜ੍ਹਦਾ ਹੈ। ਏਦਾਂ ਗੁਰਬਾਣੀ ਦਾ ਜਾਪ ਜਪਦੇ ਗੁਰਸਿੱਖ। ਇੰਨੇ ਨੂੰ ਦਿਨ ਚੜ੍ਹ ਜਾਂਦਾ, ਥੋੜੀ ਥੋੜੀ ਲੋ ਲੱਗਦੀ, ਤੇ ਸਿੱਖ ਲੋ ਲੱਗਦੇ ਹੀ ਪਹੁੰਚ ਜਾਂਦੇ ਸੇਵਾ। ਜਿਹੜਾ ਉਹ ਵੇਲਾ ਹੁੰਦਾ ਨਾ ਸਵੇਰੇ, ਥੋੜੀ ਜਿਹੀ ਜਦੋਂ ਲੋ ਲੱਗਦੀ ਹੈ, ਉਸ ਵੇਲੇ ਖੇਤਾਂ ਦੇ ਵਿੱਚ ਜਾਂ ਹੋਰ ਕੋਈ ਕੰਮ ਕਰੀ, ਉਹ ਛੇਤੀ ਨਿਬੜਦਾ। ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਉਹ ਉਸ ਵੇਲੇ ਜਿਹਦੇ ਸਵੇਰੇ ਸਵੇਰੇ ਰਸਤਾ ਵੀ ਸਫ਼ਰ ਵੀ ਕਰਦੇ, ਸਵੇਰੇ ਉਸ ਵੇਲੇ ਚੱਲ ਪੈਣ ਤੇ ਸਫ਼ਰ ਵੀ ਛੇਤੀ ਮੁੱਕਦਾ। ਉਹ ਸਮਾਂ ਹੀ ਕੁਝ ਇਹੋ ਜਿਹਾ ਹੁੰਦਾ ਹੈ। ਤੋ ਗੁਰਸਿੱਖ ਸਵੇਰੇ ਸਵੇਰੇ ਜਦੋਂ ਲੋ ਲੱਗਦੀ, ਸੰਤੋਖਸਰ ਸਰੋਵਰ ਦੀ ਸੇਵਾ ਦੇ ਵਿੱਚ ਆ ਜਾਂਦੇ ਸੇਵਾ ਕਰਨਾ। ਇਸ ਪ੍ਰਕਾਰ ਕੀਤਕ ਦਿਨ ਕਰੇ। ਇਸੇ ਤਰ੍ਹਾਂ ਕੁਝ ਦਿਨ ਬੀਤ ਗਏ ਸੇਵਾ ਕਰਦਿਆਂ। ਖਨੇ ਮਿਰਤ ਕਾ
ਵਹਿਰ ਗਿਰੇ। ਮਿੱਟੀ ਦੀ ਖੁਦਾਈ ਹੁੰਦੀ ਤੇ ਚੁੱਕ ਕੇ ਸਰੋਵਰ ਦੇ ਵਿੱਚੋਂ ਬਾਹਰ ਸੁੱਟਦੇ ਨੇ। ਬਹੁ ਗੰਭੀਰ ਕਰਿਓ ਬਰਤਾਲ। ਇਦਾਂ ਕਾਫੀ ਡੂੰਘਾ ਤਾਲ ਬਣ ਗਿਆ, ਸਰੋਵਰ ਡੂੰਘਾ ਹੋ ਗਿਆ। ਕਹਿ ਕਰਵਾਵੇਂ ਗੁਰੂ ਵਿਸਾਲ। ਗੁਰੂ ਸਾਹਿਬ ਆਪ ਕਹਿ ਕੇ ਕਰਾਉਂਦੇ ਵੀ ਹੋਰ ਖੁਦਾਈ ਕਰੋ, ਇਸ ਪਾਸਿਓਂ ਵੀ ਖੋਦੋ। ਆਪ ਗੁਰੂ ਸਾਹਿਬ ਦੱਸਦੇ ਵੀ ਇਸ ਪਾਸਿਓਂ ਵੀ ਖੁਦਾਈ ਕਰੋ, ਇੱਥੋਂ ਹੋਰ ਡੂੰਘਾ ਕਰੋ। ਏਦਾਂ ਮਹਾਰਾਜ ਪੰਜਵੇਂ ਪਾਤਸ਼ਾਹ ਕਹਿ ਕੇ ਸੇਵਾ ਕਰਾਉਂਦੇ ਨੇ। ਬਹੁ ਸਿੱਖਨ ਕੀ ਹੋਈ ਪੀਰ। ਬਹੁਤ ਸਾਰੇ ਗੁਰਸਿੱਖਾਂ ਦੀ ਭੀੜ ਆ, ਉੱਥੇ ਇਕੱਠ ਹੈ। ਖਾਲਸਾ ਜੀ, ਜਿਹੜੇ ਪਾਵਨ ਸਥਾਨ ਸਰੋਵਰ ਗੁਰੂ ਸਾਹਿਬ ਨੇ ਆਪਣੇ ਹੱਥੀਂ ਲਵਾਏ ਬਣਾਏ ਨੇ ਨਾ, ਉਹ ਸਾਡੇ ਵਾਸਤੇ ਤੀਰਥ ਨੇ, ਮਹਾਨ ਨੇ। ਕਿਉਂਕਿ ਜਦੋਂ ਉਹਨਾਂ ਪਾਵਨ ਸਥਾਨਾਂ ਤੇ ਜਾਂਦੇ ਆ, ਗੁਰੂ ਸਾਹਿਬਾਂ ਦੇ ਸਪਰਸ਼ ਦਾ ਅਨੁਭਵ ਹੁੰਦਾ ਹੈ। ਇਸ ਕਰਕੇ ਕਈ ਵੀਰ ਕਹਿ ਦਿੰਦੇ ਜੀ ਸਾਰੇ ਹੀ ਸਥਾਨ ਇੱਕੋ ਜਿਹੇ ਨੇ। ਭਾਈ, ਜਿੱਥੇ ਸਾਹਿਬ ਦਾ ਪ੍ਰਕਾਸ਼ ਹੈ ਠੀਕ ਹੈ, ਇੱਕੋ ਜਿਹੇ ਹੀ ਹਨ। ਪਰ ਜਿਹੜੇ ਸਰੋਵਰ, ਜਿਹੜੇ ਤਾਲ, ਜਿਹੜੀਆਂ ਬੌਲੀਆਂ ਗੁਰੂ ਸਾਹਿਬ ਨੇ ਹੱਥੀਂ ਲਵਾਈਆਂ ਨੇ ਨਾ, ਉਹਨਾਂ ਦੀ ਖਾਸ ਮਹੱਤਤਾ ਹੈ, ਉਹ ਪਵਿੱਤਰ ਨੇ। ਉੱਥੇ ਜਾ ਕੇ ਮਹਾਰਾਜ ਜੀ ਦਾ, ਜਿਹੜੇ ਗੁਰੂ ਅਰਜਨ ਸਾਹਿਬ ਆਪੇ ਕਹਿੰਦੇ ਹੁਣ ਵਿਚਰ ਕੇ ਸੰਤੋਖ ਸਰਸ, ਇੱਥੋਂ ਖੋਦੋ ਵੀ, ਇੱਥੋਂ ਸੇਵਾ ਕਰੋ। ਉੱਥੇ ਜਦੋਂ ਜਾਵਾਂਗੇ ਤੇ ਪੰਜਵੇਂ ਪਾਤਸ਼ਾਹ ਨੂੰ ਹਿਰਦੇ 'ਚ ਓਨਾ ਹੀ ਜ਼ਿਆਦਾ ਸਮੀਪ ਪਾਵਾਂਗੇ ਨਾ, ਵੀ ਇੱਥੋਂ ਦਾ ਚੱਪਾ ਚੱਪਾ, ਜਰਰਾ ਜਰਰਾ ਗੁਰੂ ਅਰਜਨ ਸਾਹਿਬ ਦੀ ਛੂਹ ਨੂੰ ਪ੍ਰਾਪਤ ਹੈ। ਇਹ ਭਾਵਨਾ ਹੁੰਦੀ। ਤੋ ਮਹਾਰਾਜ ਜੀ ਜਾ ਕੇ ਆਪ ਸੇਵਾ ਕਰਾਉਂਦੇ ਹਨ। ਸੁਨ ਸੁਨਿਆਏ ਮਹਿਮਾ ਆਵੇਂ ਤੀਰ। ਜਿਹੜਾ ਮਹਿਮਾ ਸੁਣਦਾ ਮਹਾਰਾਜ ਜੀ ਦੇ ਤਾਲ ਲੱਗਣ ਦੀ, ਉਹ ਸੁਣ ਕੇ ਆਉਂਦੇ ਨੇ। ਕੀਤਕ ਅੰਨ ਪੁੰਜ ਕੋ ਆਨੇ। ਹੁਣ ਉੱਥੇ ਸੇਵਾ ਲੱਗੀ ਹੈ, ਸੇਵਾ ਦੇ ਵਿੱਚ ਬਹੁਤ ਸਰਸਤਾਂ ਬਸਤਾਂ ਦੀ ਵੀ ਸੰਗਤ ਆਉਂਦੀ ਹੈ, ਸੰਗਤ ਦੇ ਲੰਗਰ ਪ੍ਰਸ਼ਾਦੇ ਦਾ ਵੀ ਪ੍ਰਬੰਧ ਹੁੰਦਾ ਹੈ। ਇਸ ਕਰਕੇ ਕਈ ਸਿੱਖ ਅੰਨ ਦੇ ਗੱਡੇ ਭਰ ਕੇ ਲਿਆਉਂਦੇ। ਕੋਈ ਕਣਕ ਲੈ ਕੇ ਆਉਂਦਾ, ਕੋਈ ਚੌਲ ਲੈ ਕੇ ਆਉਂਦਾ, ਕੋਈ ਘਿਓ ਲੈ ਕੇ ਆਉਂਦਾ, ਕੋਈ ਤੇਲ ਲੈ ਕੇ ਆਉਂਦਾ, ਕੋਈ ਖੰਡ ਲੈ ਕੇ ਆਉਂਦਾ, ਕੋਈ ਗੁੜ ਲੈ ਕੇ ਆਉਂਦਾ, ਕੋਈ ਲੂਣ ਲੈ ਕੇ ਆ ਰਿਹਾ, ਕੋਈ ਹਲਦੀ ਲੈ ਕੇ ਆ ਰਿਹਾ। ਏਦਾਂ ਲੰਗਰ ਦੀਆਂ ਰਸਤਾਂ ਬਸਤਾਂ ਵੀ ਆਉਂਦੀਆਂ ਮਹਾਰਾਜ ਜੀ ਦੇ ਚਰਨਾਂ ਵਿੱਚ। ਪਾਏ ਦੀਗ ਮੈਂ ਸ਼ਰਧਾ ਠਾਨੇ। ਔਰ ਸ਼ਰਧਾ ਧਾਰਨ ਕਰਕੇ ਗੁਰੂ ਦੇ ਲੰਗਰਾਂ ਦੇ ਵਿੱਚ ਰਸਤਾਂ ਬਸਤਾਂ ਪਾਉਂਦੇ ਹਨ। ਕੀਤਕ ਧਨ ਕੋ ਆਨ ਚੜਾਵੇ। ਕਈ ਗੁਰਸਿੱਖ ਵੇਖਦੇ ਵੀ ਮਾਇਆ ਦਾ ਵੀ ਖਰਚ ਹੈ, ਜਿਹੜੇ ਮਜ਼ਦੂਰ ਲੱਗੇ ਨੇ ਉਹਨਾਂ ਨੂੰ ਮਾਇਆ ਦੇਣੀ ਹੈ। ਫਿਰ ਉਹ ਕਈ ਸਿੱਖ ਧਨ ਲੈ ਕੇ ਆ ਜਾਂਦੇ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮਾਇਆ ਭੇਟ ਕਰੀਏ ਦਸਵੰਧ ਦੀ। ਦੀਤ ਮਜੂਰਨ ਤਾਲ ਖਨਾਵੇ। ਔਰ ਕਈ ਸਿੱਖਾਂ ਨੇ ਕੀ ਕੀਤਾ ਵੀ ਮਜ਼ਦੂਰ ਲੈ ਲਏ, ਆਪਣੇ ਆਪ ਵੰਡ ਲਏ। ਜਿਹੜੇ ਉੱਥੇ ਮਜ਼ਦੂਰ ਲੱਗੇ ਹੋਏ ਨੇ ਕਾਮੇ, ਕਿਸੇ ਨੇ 5, ਕਿਸੇ ਨੇ 10, ਵੀ ਇਹਨਾਂ ਦੀ ਮਜ਼ਦੂਰੀ ਅਸੀਂ ਦੇਵਾਂਗੇ ਜਿੰਨੇ ਦਿਨ ਸੇਵਾ ਕਰਨਗੇ। ਤੇ ਉਹਨਾਂ ਮਜ਼ਦੂਰਾਂ ਨੂੰ ਖੁਦ ਉਹ ਸਿੱਖ ਮਜ਼ਦੂਰੀ ਦਿੰਦੇ ਹਨ। ਕੀਤਕ ਆਪ ਆਏ ਤੈ ਰਹੇ। ਕਈ ਆਪ ਹੀ ਆ ਕੇ ਸੇਵਾ ਕਰਦੇ ਕਿ ਮਹਾਰਾਜ ਜੀ ਦੀ ਸੇਵਾ ਕਰਕੇ ਗੁਰੂ ਕੀਆਂ ਖੁਸ਼ੀਆਂ ਲਈਏ। ਕਰੇ ਕਾਰ ਸਤਿਗੁਰ ਜਿਮ ਚਾਹੇ। ਜਿਵੇਂ ਸਤਿਗੁਰੂ ਜੀ ਨੂੰ ਪਾਉਂਦਾ ਉਸੇ ਤਰ੍ਹਾਂ ਸੇਵਾ ਕਰਦੇ ਨੇ, ਕਾਰ ਸੇਵਾ। ਕੀਤਕ ਘਰ ਤੇ ਅੰਨ ਸੁਆਨੇ। ਕਈ ਘਰੋਂ ਅੰਨ ਲੈ ਕੇ ਆਉਂਦੇ ਹਨ, ਆਪਣੋ ਖਾਏ ਕਾਰ ਸੋ ਠਾਨੇ। ਕਈ ਸਿੱਖ ਐਸੇ ਵੀ ਨੇ, ਉਹ ਕਹਿੰਦੇ ਅਸੀਂ ਸੇਵਾ ਕਰਦੇ ਆਂ ਤੇ ਸੇਵਾ ਕਰਕੇ ਓਨਾ ਹੀ ਗੁਰੂ ਕੇ ਲੰਗਰਾਂ ਚੋਂ ਛਕ ਕੇ ਬਰਾਬਰ ਕਰ ਜਾਂਦੇ। ਉਹ ਕਹਿੰਦੇ ਲੰਗਰ ਵੀ ਕਈ ਸਿੱਖ ਨਾ ਘਰੋਂ ਬਣਾ ਕੇ ਲੈ ਆਉਂਦੇ ਆਪਣਾ, ਜਾਂ ਰਸਤ ਬਸਤ ਆਪਣੀ ਲੈ ਆਉਂਦੇ ਵੀ ਸੇਵਾ ਕਰਕੇ ਲੰਗਰ ਪ੍ਰਸ਼ਾਦਾ ਆਪਣੇ ਹੱਥੀਂ ਤਿਆਰ ਕਰਕੇ ਛਕ ਲਈਏ। ਭਾਵਨਾ ਵੱਖੋ ਵੱਖਰੀ ਹੈ, ਤਾਂ ਵੈਸੇ ਘਰ ਵਿੱਚ ਵੀ ਗੁਰੂ ਕਾ ਹੀ ਹੈ, ਪਰ ਭਾਵਨਾ ਹੈ, ਹਿਰਦੇ ਦੀ ਕਾਂਖਾ ਹੈ। ਹਾਂਜੀ, ਕਿਤਕ ਦੇਗ ਤੇ ਭੋਜਨ ਖਾਏ। ਏਦਾਂ ਕੁਝ ਕੁ ਲੰਗਰ ਵਿੱਚੋਂ ਲੰਗਰ ਛਕਦੇ ਹਨ। ਸਭ ਦਿਨ ਸਰ ਕੀ ਕਾਰ ਕਮਾਏ। ਸਾਰਾ ਦਿਨ ਸੇਵਾ ਕਰਦੇ ਸਰੋਵਰ ਦੀ। ਕੋ ਨਿਸ਼ਕਾਮ ਰਹੇ ਗੁਰ ਪਾਸ। ਕਈ ਨਿਸ਼ਕਾਮ ਹੋ ਕੇ ਸਤਿਗੁਰਾਂ ਦੇ ਕੋਲ ਰਹਿੰਦੇ ਹਨ। ਕੋ ਸਕਾਮ ਠਾਨੇ ਅਰਦਾਸ। ਕਈ ਸਕਾਮੀ ਸਿੱਖ ਵੀ ਨੇ ਜਿਹੜੇ ਮਹਾਰਾਜ ਜੀ ਨੂੰ ਅਰਦਾਸ ਕਰਦੇ ਹਨ। ਮੈਦ ਕਾਜ ਸਰ ਕਰ ਬੇਕੇਰਾ।
ਏਦਾਂ ਇਹ ਸਰੋਵਰ ਦਾ ਬੜਾ ਵੱਡਾ ਕਾਰਜ ਹੈ ਜਿਹੜਾ ਸਤਿਗੁਰੂ ਜੀ ਕਰਾ ਰਹੇ ਨੇ। ਸ਼੍ਰੀ ਅਰਜਨ ਮਨ ਲਖੇ ਵਡੇਰਾ। ਗੁਰੂ ਅਰਜਨ ਸਾਹਿਬ ਜੀ ਜਾਣਦੇ ਨੇ ਵੱਡਾ ਕਾਰਜ ਹੈ, ਗੁਰੂ ਰਾਮਦਾਸ ਸਾਹਿਬ ਦਾ ਕਾਰਜ ਹੈ। ਕਿਤੇ ਬਰਖ ਮੈਂ ਹੋਵਨ ਹਾਰਾ। ਇਹ ਸੇਵਾ ਲੰਮੀ ਸੇਵਾ ਹੈ। ਵੱਡਾ ਸਰੋਵਰ ਬਣਨਾ ਹੈ, ਫਿਰ ਆਲੇ ਦੁਆਲੇ ਪੌੜਸਾਲ ਬਣਨਾ ਹੈ, ਪੌੜੀਆਂ ਬਣਦੀਆਂ ਨੇ, ਪੱਕੀਆਂ ਹੋਣੀਆਂ ਨੇ, ਇੱਟਾਂ ਲੱਗਣੀਆਂ ਨੇ, ਆਵੇ ਲਾਉਣੇ ਹੈ। ਬੜਾ ਵੱਡਾ ਕਾਰਜ ਸੀ ਇਹ, ਕਈ ਮਹੀਨਿਆਂ 'ਚ ਨਹੀਂ ਸਾਲਾਂ 'ਚ ਹੋਣ ਵਾਲਾ ਹੈ। ਪਾਕੇ ਈਟਾਂ ਚਲ ਹੈ ਕਾਰਾ। ਜੇ ਇੱਟਾਂ ਪੱਕਣਗੀਆਂ, ਆਵੇ ਲੱਗਣਗੇ, ਫਿਰ ਇਹ ਕਾਰ ਅੱਗੇ ਚੱਲੇਗੀ। ਅਨਕ ਪਜਾਵੇ ਲਾਗੇ ਜਬੇ। ਜਦੋਂ ਅਨੇਕਾਂ ਪੁਜਾਵੇ ਲੱਗਣਗੇ, ਪੁਜਾਵੇ ਕਹਿੰਦੇ ਨੇ ਆਵਿਆਂ ਨੂੰ, ਅੱਜ ਕੱਲ ਤਾਂ ਪੱਠੇ ਨੇ ਨਾ ਇੱਟਾਂ ਦੇ, ਪਹਿਲਾਂ ਆਵੇ ਲੱਗਿਆ ਕਰਦੇ ਸਨ। ਕਹਿਣ ਲੱਗੇ ਕਿਤਨੇ ਆਵੇ ਲੱਗਣ ਇੱਥੇ ਇੱਟਾਂ ਪੱਕਣ, ਤਬ ਕਾਰਜ ਬਨ ਸਕਹਿ ਸਬੇ। ਫਿਰ ਇਹ ਸਾਰਾ ਕਾਰਜ ਹੋਵੇਗਾ ਜਦੋਂ ਬਹੁਤ ਸਾਰੇ ਆਵੇ ਲੱਗਣਗੇ, ਇੱਟਾਂ ਲੱਗਣਗੀਆਂ। ਬ੍ਰਿੰਦ ਕੁਲਾਲ ਬਸੇ ਜਬ ਆਈ। ਉਹ ਹੁਣ ਤਾਂ ਹੋ ਸਕਦਾ ਵੀ ਜੇ ਸ਼ਹਿਰ ਦੇ ਵਿੱਚ ਬਹੁਤੇ ਘੁਮਿਆਰ, ਜਿਹੜੇ ਪ੍ਰਜਾਪਤ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਘੁਮਿਆਰ, ਉਹ ਕਿਉਂਕਿ ਇੱਟਾਂ ਦਾ ਕੰਮ ਘੁਮਿਆਰ ਹੀ ਕਰਦੇ ਸਨ, ਉਹੀ ਮਿੱਟੀ ਦੇ ਘੜੇ ਬਣਾਉਣੇ, ਇੱਟਾਂ ਬਣਾਉਣੀਆਂ, ਉਹ ਘੁਮਿਆਰਾਂ ਦਾ ਕੰਮ ਸੀ। ਮਹਾਰਾਜ ਜੀ ਨੇ ਫੁਰਨਾ ਕੀਤਾ ਪੰਜਵੇਂ ਪਾਤਸ਼ਾਹ ਨੇ ਵੀ ਜੇ ਬਹੁਤੇ ਘੁਮਿਆਰ ਇੱਥੇ ਆ ਕੇ ਵਸਣਗੇ, ਰਹਿਣਗੇ, ਉਹ ਫਿਰ ਇੱਟਾਂ ਲਾਉਣਗੇ, ਇੱਥੇ ਆਵੇ ਲਾਉਣਗੇ। ਹਾਂਜੀ, ਲਾਏ ਪੁਜਾਵੇ ਲਹਿ ਪਕਾਈ। ਉਹ ਜਦੋਂ ਆਵੇ ਲਾਉਣਗੇ, ਇੱਟਾਂ ਪਕਾਉਣਗੇ। ਸਰਬ ਪ੍ਰਕਾਰ ਚਿਤੇ ਚਿਤ ਮਾਈ। ਮਹਾਰਾਜ ਜੀ ਸੋਚਦੇ ਨੇ ਵੀ ਘੁਮਿਆਰ ਜਿੰਨੇ ਵੱਧ ਤੋਂ ਵੱਧ ਆ ਕੇ ਰਹਿਣਗੇ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ 'ਚ, ਉਨੇ ਹੀ ਵੱਧ ਆਵੇ ਲੱਗਣਗੇ, ਉਨੀਆਂ ਹੀ ਵੱਧ ਇੱਟਾਂ ਪੱਕਣਗੀਆਂ, ਤੇ ਇਹ ਸੇਵਾ ਤਾਂ ਹੀ ਚੱਲੇਗੀ ਜੇ ਇੱਟਾਂ ਹੋਣਗੀਆਂ। ਹਾਂਜੀ, ਜਿਮ ਤੜਾਗ ਤੂਰਨ ਹੋਏ ਜਾਹੀ। ਜਿਹਦੇ ਨਾਲ ਇਹ ਜਿਹੜੇ ਸਰੋਵਰ ਨੇ ਇਹਨਾਂ ਦੀ ਸੇਵਾ ਪੂਰਨ ਹੋਵੇਗੀ। ਸ਼੍ਰੀ ਗੁਰੂ ਅਮਰਦਾਸ ਕੀ ਆਇਸ। ਕਿਉਂਕਿ ਇਹ ਸਰੋਵਰ ਲਾਣ ਦੀ ਆਗਿਆ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਤੀਸਰੇ ਪਾਤਸ਼ਾਹ ਨੇ ਕੀਤੀ ਹੈ। ਪਿਤਾ ਹਮਾਰੇ ਕੋ ਫਰਮਾਇਸ। ਵੱਡਿਆਂ ਸਤਿਗੁਰਾਂ ਨੇ ਸਾਡੇ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਨੂੰ ਫਰਮਾਇਆ ਸੀ, ਉਹਨਾਂ ਨੇ ਸਾਡੇ ਪਿਤਾ ਜੀ ਨੂੰ ਹੁਕਮ ਕੀਤਾ ਸੀ, ਤਾਲ ਕਰੋ ਚੌਕੌਨ ਵਿਸਾਲਾ। ਕਿ ਚਾਰ ਕੋਨਾ ਵਾਲਾ ਤਾਲ ਜਿਹੜਾ ਸਰੋਵਰ ਹੈ ਉਹ ਬਣਾਓ। ਹੋਏ ਪਾਕੂ ਈਟਨ ਲੱਗ ਜਾਲ। ਹੁਣ ਉਹ ਤਾਂ ਪੱਕਾ ਹੋਵੇਗਾ ਜੇ ਇੱਟਾਂ ਹੋਣਗੀਆਂ। ਤਥਾ ਪਿਤਾ ਨੇ ਮੋਕੋ ਕਹਿਓ। ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਕਿਹਾ ਸੀ, ਤੇ ਪਿਤਾ ਗੁਰੂ ਰਾਮਦਾਸ ਜੀ ਨੇ ਸਾਨੂੰ ਹੁਕਮ ਲਾਇਆ ਕਿ ਤੁਸੀਂ ਇੱਟਾਂ ਪੱਕੀਆਂ ਕਰਾ ਕੇ ਆਲੇ ਦੁਆਲੇ ਸੇਵਾ ਕਰਨੀ ਹੈ। ਟਹਿਲ ਤਾਲ ਕੀ ਮੈਂ ਚਿਤ ਚਹਿਓ। ਇਹ ਸਰੋਵਰ ਦੀ ਜਿਹੜੀ ਟਹਿਲ ਹੈ, ਸੇਵਾ ਹੈ, ਉਹ ਕਰਨ ਦੀ ਸਾਡੇ ਹਿਰਦੇ 'ਚ ਚਾਹਨਾ ਹੈ। ਸਰਬ ਪ੍ਰਕਾਰ ਜੇ ਇਹ ਬਨ ਜਾਏ। ਜੇ ਇਹ ਸਾਰਾ ਸਰੋਵਰ ਸਰਬ ਪ੍ਰਕਾਰ ਨਾਲ ਬਣ ਜਾਵੇ। ਗੁਰ ਦੋਨੋਂ ਕੀ ਪੁਰੇ ਰਜਾਏ। ਦੋਨਾਂ ਗੁਰੂਆਂ ਦੀ ਆਗਿਆ ਪੂਰੀ ਹੋਵੇਗੀ, ਗੁਰੂ ਅਮਰਦਾਸ ਜੀ ਦੀ, ਗੁਰੂ ਰਾਮਦਾਸ ਸਾਹਿਬ ਜੀ, ਦੋਨੋਂ ਗੁਰੂਆਂ ਦੀ ਆਗਿਆ ਪੂਰਨ ਹੋਵੇਗੀ। ਸਿਮਰ ਸਿਮਰ ਬਚ ਪੂਰਬ ਗੁਰ ਕੇ। ਏਦਾਂ ਵੱਡਿਆਂ ਸਤਿਗੁਰਾਂ ਦੇ ਜਿਹੜੇ ਬਚਨ ਨੇ ਉਹ ਗੁਰੂ ਅਰਜਨ ਸਾਹਿਬ ਜੀ ਆਪਣੇ ਹਿਰਦੇ 'ਚ ਸਿਮਰਦੇ ਹਨ। ਸਭ ਕਾਰਜ ਕਰਵਾਵੇਂ ਸਰ ਕੇ। ਔਰ ਇਹ ਸਾਰੇ ਕਾਰਜ ਕਰਾਉਂਦੇ। ਖਾਲਸਾ ਜੀ ਮਹਾਰਾਜ ਜੀ ਨੇ ਫਿਰ ਬਹੁਤ ਸਾਰੇ ਜਿਹੜੇ ਘੁਮਿਆਰ ਸਨ ਉਹ ਸ੍ਰੀ ਅੰਮ੍ਰਿਤਸਰ ਸ਼ਹਿਰ 'ਚ ਸੱਦੇ, ਜਿਨ੍ਹਾਂ ਦਾ ਬਕਾਇਦਾ ਹੁਣ ਮਹੱਲਾ ਹੈ ਘੁਮਿਆਰਾਂ ਦਾ, ਪ੍ਰਜਾਪਤੀਆਂ ਦਾ। ਇੱਧਰ ਲੋਹਗੜ੍ਹ ਸਾਹਿਬ ਵਾਲਾ ਸਥਾਨ ਹੈ ਨਾ, ਇੱਥੇ ਪਹਿਲਾ ਜੰਗ ਹੋਇਆ ਹੈ। ਬੜੇ ਬੜੇ ਗੁਰਸਿੱਖ ਉੱਥੇ ਹੁਣ ਵੀ ਰਹਿੰਦੇ ਹਨ, ਤੇ ਉਹ ਮਹਾਰਾਜ ਜੀ ਦਾ ਪੁਰਬ ਵੀ ਮਨਾਉਂਦੇ 6ਵੇਂ ਪਾਤਸ਼ਾਹ ਦਾ, ਪਹਿਲੀ ਜੰਗ ਦਾ। ਤੋ ਘੁਮਿਆਰਾਂ ਦਾ ਮਹੱਲਾ ਉਹ ਗੁਰੂ ਸਾਹਿਬ ਦੇ ਸਮੇਂ ਮਹਾਰਾਜ ਜੀ ਨੇ ਆਪ ਵਸਾਇਆ ਬੁਲਾ ਕੇ। ਭਾਈ ਬਹਿਲੋ ਜੀ, ਸਾਲੋ ਜੀ ਵਰਗੇ ਨਾਮ ਰਸੀਏ ਗੁਰਸਿੱਖ ਉਹ ਸਾਰੇ ਸੱਦੇ ਸਨ। ਹਾਂਜੀ, ਬੈਠੇ ਤਟ ਪਰ ਕਹੀਂ ਖਨਾਵੀਂ। ਗੁਰੂ ਸਾਹਿਬ ਜੀ ਸਰੋਵਰ ਦੇ ਕੰਢੇ ਤੇ ਬੈਠੇ ਆਪ ਹੁਕਮ ਕਰਕੇ ਸੇਵਾ ਕਰਾ ਰਹੇ ਨੇ। ਸਿੱਖਨ ਕੋ ਉਪਦੇਸ਼ ਦ੍ਰਿੜਾਵੀਂ। ਨਾਲ ਸਿੱਖਾਂ ਨੂੰ ਉਪਦੇਸ਼ ਦ੍ਰਿੜ ਕਰਾਉਂਦੇ, ਸੇਵਾ ਵੀ ਚਲਦੀ, ਨਾਲੇ ਗੁਰਸਿੱਖਾਂ ਨੂੰ ਉਪਦੇਸ਼ ਦ੍ਰਿੜ ਕਰਾਉਂਦੇ ਹਨ। ਸਭ ਗੁਰ ਕਰੇ ਕਾਮਨਾ ਪੂਰੀ। ਜਿਹੜਾ ਜਿਹੜਾ ਕੋਈ ਕਾਮਨਾ ਧਾਰ ਕੇ ਘਰੋਂ ਆਉਂਦਾ ਹੈ, ਉਹਦੀਆਂ ਕਾਮਨਾਵਾਂ ਸਤਿਗੁਰੂ ਜੀ ਪੂਰੀਆਂ ਕਰਦੇ ਹਨ। ਵਿੱਚ ਪਰਲੋਕ ਲਹੋ ਗਤ ਰੂਰੀ। ਆਖਿਆ ਜਿਹੜਾ ਸੇਵਾ ਕਰੇਗਾ ਲੋਕ ਪਰਲੋਕ ਦੋਵੇਂ ਹੀ ਸਫਲ ਹੋਣਗੇ ਉਹਦੇ।
ਉਹਨੂੰ ਪਰਲੋਕ ਵਿੱਚ ਵੀ ਗਤ ਕਲਿਆਣ ਦੀ ਪ੍ਰਾਪਤੀ ਹੋਵੇਗੀ। ਬੀਤੇ ਕੇਤਕ ਮਾਸ ਖਨਾਵਤ। ਖਾਲਸਾ ਜੀ ਦਿਨਾਂ ਤੋਂ ਮਹੀਨਿਆਂ ਤੱਕ ਗੱਲ ਆ ਗਈ, ਕਈ ਮਹੀਨੇ ਲੰਘ ਗਏ ਇਦਾਂ ਹੀ ਸੇਵਾ ਕਰਦਿਆਂ ਖੁਦਾਈ ਚਲਦਿਆਂ। ਸਰ ਸੇਵਾ ਕੋ ਅਧਿਕ ਜਨਾਵਤ। ਮਹਾਰਾਜ ਜੀ ਸਰੋਵਰ ਦੀ ਸੇਵਾ ਅਧਿਕ ਜਣਾਉਂਦੇ, ਸਿੱਖਾਂ ਨੂੰ ਦੱਸਦੇ ਇਹਦਾ ਬੜਾ ਵੱਡਾ ਪੁੰਨ ਹੈ ਸੇਵਾ ਦਾ। ਇਹ ਵੱਡੇ ਤਾਲ ਲੱਗਣ ਦੀ, ਇਹ ਦੋ ਗੁਰੂਆਂ ਦਾ ਹੁਕਮ ਹੈ, ਗੁਰੂ ਅਮਰਦਾਸ ਸਾਹਿਬ ਤੇ ਗੁਰੂ ਰਾਮਦਾਸ ਸਾਹਿਬ ਦਾ। ਸਿੱਖ ਕਹਿੰਦੇ ਮਹਾਰਾਜ ਸਾਡੇ ਲਈ ਤਾਂ ਤਿੰਨਾਂ ਦਾ ਹੋ ਗਿਆ, ਤੁਹਾਡਾ ਵੀ ਹੈ ਪੰਜਵੇਂ ਪਾਤਸ਼ਾਹ। ਤੋ ਇਹ ਬੜੀ ਵੱਡੀ ਸੇਵਾ ਹੈ, ਉੱਤਮ ਸੇਵਾ ਹੈ। ਨਿਤ ਪ੍ਰਤਕਾਰ ਅਧਿਕ ਹੀ ਹੋਏ। ਨਿਤਾ ਪ੍ਰਤੀ ਰੋਜ਼ ਹੀ ਕਾਰ ਸੇਵਾ ਚੱਲਦੀ ਹੈ। ਕਰ ਚਿਤ ਚੌਂਪ ਖਨੇ ਸਭ ਕੋਏ। ਸਭ ਚਾਅ ਨਾਲ ਪਿਆਰ ਨਾਲ ਸੇਵਾ ਕਰਦੇ ਹਨ। ਵੱਡ ਗੰਭੀਰ ਪਇਓ ਤਬ ਖਨ ਤੋ। ਕਹਿੰਦੇ ਖੁਦਾਈ ਕਰਦਿਆਂ ਕਰਦਿਆਂ ਕਾਫੀ ਡੂੰਘਾਈ ਤੱਕ ਚਲਿਆ ਗਿਆ ਸਰੋਵਰ, ਕਿਉਂਕਿ ਤਾਲ ਜਿਤਨਾ ਡੂੰਘਾ ਹੋਵੇਗਾ ਵਿੱਚ ਪਾਣੀ ਟਿਕ ਜਾਂਦਾ ਹੈ। ਉਪਰਾ ਉਪਰਾ ਹੋਵੇ ਤੇ ਜਲ ਜਿਹੜਾ ਹੈ ਉਹ ਜ਼ਿਆਦਾ ਡੂੰਘਾਈ ਤੱਕ ਨਹੀਂ ਰਹਿੰਦਾ। ਉਹ ਮਹਾਰਾਜ ਜੀ ਨੇ ਕਾਫੀ ਡੂੰਘਾਈ ਤੱਕ ਕਹਿੰਦੇ ਸਰੋਵਰ ਚਲਿਆ ਗਿਆ। ਬ੍ਰਿੰਦ ਗਿਰਾਵੇ ਮਿਰਤ ਕਾ ਅੰਤੇ। ਕਹਿੰਦੇ ਮਿੱਟੀ ਖਨ ਖਨ ਕੇ ਚੁੱਕਦੇ ਹਨ। ਜਬ ਖਨ ਕੇ ਨਮਰੀ ਬੋ ਕਰਿਓ। ਕਹਿੰਦੇ ਖੁਦਾਈ ਕਰਦਿਆਂ ਕਰਦਿਆਂ ਜਦੋਂ ਕਾਫੀ ਡੂੰਘਾਈ ਤੱਕ ਸਰੋਵਰ ਚਲਿਆ ਗਿਆ। ਦੂਰ ਦੂਰ ਗੁਰ ਪਾਸ ਉਚਰਿਓ। ਜਬ ਖਨ ਕੈ ਨਬਰੀ ਬਹੁ ਕਰਿਓ ਬਰਤਲਾ ਕਰ। ਬਰਤਲਾ ਕਿਰਤ ਮਨ ਜਾਣਿਓ ਪਰਿਓ। ਕਹਿੰਦੇ ਕੀ ਵੇਖਿਆ ਜਦੋਂ ਖੁਦਾਈ ਕੀਤੀ ਨਾ, ਥੱਲੇ ਇੱਕ ਮੱਠ ਨਿਕਲਿਆ, ਜਿਵੇਂ ਬਰਤਲਾ ਕਰ ਆਂਡੇ ਦੇ ਆਕਾਰ ਦਾ ਨਾ ਇੱਕ ਮੱਠ, ਉਹ ਵਿੱਚ ਪਿਆ ਹੋਇਆ ਥੱਲੇ। ਵੇਖਿਆ ਵੀ ਆਲੇ ਦੁਆਲਿਓਂ ਪੱਥਰ ਜਿਹਦਾ ਬਣਿਆ ਹੋਇਆ। ਤੇ ਸਿੱਖਾਂ ਨੇ ਖੁਦਾਈ ਕੀਤੀ, ਵੇਖਿਆ ਵੀ ਹੈ ਕਿ ਹਾਂਜੀ। ਦੂਰ ਦੂਰ ਗੁਰ ਪਾਸ ਉਚਾਰੇ। ਉਹ ਦੌੜ ਕੇ ਗਏ ਮਹਾਰਾਜ ਜੀ ਦੇ ਕੋਲ। ਇੱਕ ਮੱਠ ਨਿਕਸਿਓ ਲੋਕ ਨਿਹਾਰੇ। ਜਾ ਕੇ ਮਹਾਰਾਜ ਜੀ ਨੂੰ ਦੱਸਿਆ, ਮਹਾਰਾਜ ਜੀ ਇੱਕ ਮੱਠ ਨਿਕਲਿਆ ਥੱਲੇ। ਇਹ ਯੋਗੀਆਂ ਦੇ ਮੱਠ ਹੁੰਦੇ ਸੀ, ਬਰਤਲਾਕਾਰ ਗੋਲ ਜੇ ਬਣੇ ਹੁੰਦੇ, ਯੋਗੀ ਉਹਨਾਂ 'ਚ ਬੈਠ ਕੇ ਸਾਧਨਾ ਕਰਦੇ ਸੀ, ਉਹਨੂੰ ਮੱਠ ਕਹਿੰਦੇ ਹਨ। ਕਹਿਣ ਲੱਗੇ ਮਹਾਰਾਜ ਜੀ ਇੱਕ ਮੱਠ ਨਿਕਲਿਆ ਥੱਲਿਓਂ ਖੁਦਾਈ ਕਰਦਿਆਂ। ਸੁਨ ਕਰ ਉਠੇ ਆਪ ਜਗ ਸੁਆਮੀ। ਜਗਤ ਦੇ ਸੁਆਮੀ ਸਤਿਗੁਰੂ ਜੀ ਨੇ ਜਦੋਂ ਸੁਣਿਆ, ਮਹਾਰਾਜ ਜੀ ਆਪ ਉੱਠ ਕੇ ਗਏ ਵੇਖਣ ਲਈ। ਗਏ ਨਿਕਟ ਤਿਸੇ ਅੰਤਰ ਜਾਮੀ। ਜਾਣੀ ਜਾਣਦੇ ਸਭ ਕੁਝ ਸਨ, ਅੰਤਰਜਾਮੀ ਨੇ ਉਹਦਾ ਭਲਾ ਕਰਨਾ ਸੀ ਜਿਹੜਾ ਮੱਠ ਚੋਂ। ਤਦੇ ਤੇ ਇੰਨਾ ਡੂੰਘਾਈ ਤੱਕ ਸਰੋਵਰ ਦੀ ਖੁਦਾਈ ਕਰਵਾ ਰਹੇ ਸੀ। ਤੋ ਉਹਦਾ ਵੀ ਭਲਾ ਕਰਨਾ ਸੀ, ਕਲਿਆਣ ਕਰਨੀ ਸੀ ਜਿਹੜਾ ਜੀ ਉਹਦੇ ਵਿੱਚ ਸੀ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਜਾਣੀ ਜਾਣਦੇ ਸਭ ਕੁਝ ਨੇ, ਗਏ ਚੱਲ ਕੇ। ਸਭ ਲੋਗਨ ਕੋ ਤਹਾਂ ਲਗਾਏ। ਉੱਥੇ ਬੜੀ ਸੰਗਤ ਇਕੱਠੀ ਹੋ ਕੇ ਲੱਗੀ ਐ। ਕਰਿਓ ਨਿਰਾਲਮ ਚੌਂਦਿਸ਼ ਥਾਏ। ਪਹਿਲਾਂ ਥੱਲੇ ਗੱਡਿਆ ਜਿਹਾ ਹੋਇਆ ਸੀ, ਆਲੇ ਦੁਆਲਿਓਂ ਮਿੱਟੀ ਜਿਹੜੀ ਸੀ ਉਹ ਖੁਦਾਈ ਕਰਕੇ ਉਹ ਮੱਠ ਨੂੰ ਖਾਲੀ ਕਰਕੇ ਬਾਹਰ ਕੱਢਿਆ। ਦਰ ਪਰ ਸਿਲਾ ਲਗੀ ਖੁਲਵਾਈ। ਉਸ ਮੱਠ ਦੇ ਉੱਤੇ ਨਾ ਇੱਕ ਪੱਥਰ ਮੜਿਆ ਹੋਇਆ ਸੀ, ਸਿਲਾ, ਉਹਦਾ ਜਿਹੜਾ ਦਰਵਾਜ਼ਾ ਸੀ ਮੱਠ ਦਾ, ਉਹ ਪੱਥਰ ਨਾਲ ਬੰਦ ਕੀਤਾ ਹੋਇਆ ਸੀ। ਮਹਾਰਾਜ ਜੀ ਨੇ ਉਹ ਖੁਲਵਾਇਆ। ਦੇਖਿਓ ਮੁਨੀ ਸਮਾਦ ਲਗਾਈ। ਜਦੋਂ ਪੱਥਰ ਖੋਲਿਆ ਤੇ ਕੀ ਵੇਖਿਆ ਵੀ ਉਸ ਮੱਠ ਦੇ ਵਿੱਚ ਇੱਕ ਮੁਨੀ ਬੈਠਾ ਜਿਹਦੀ ਸਮਾਧੀ ਲੱਗੀ ਹੋਈ ਹੈ। ਮੁਨੀ ਹੈ, ਰਿਸ਼ੀ ਜਾਪਦਾ ਕੋਈ, ਔਰ ਉਹਦੀ ਸਮਾਧੀ ਲੱਗੀ ਹੋਈ ਹੈ, ਨੇਤਰ ਉਹਦੇ ਬੰਦ ਨੇ। ਕਸਤੂਰੀ ਸ਼੍ਰੀ ਗੁਰ ਮੰਗਵਾਈ। ਵੇਖ ਕੇ ਸਭ ਹੈਰਾਨ ਹੋ ਗਏ ਵੀ ਇਹ ਬੜਾ ਅਚਰਜ ਖੇਡ, ਬੜੀ ਡੂੰਘਾਈ ਚੋਂ ਥੱਲਿਓਂ ਇਹ ਮੱਠ ਨਿਕਲਿਆ ਤੇ ਵਿੱਚ ਕੋਈ ਮੁਨੀ ਬੈਠਾ ਹੈ, ਭੌਹਾਂ ਦੇ ਉੱਤੇ ਬੜੇ ਲੰਮੇ ਲੰਮੇ ਕੇਸ ਨੇ ਤੇ ਨੇਤਰ ਬੰਦ ਨੇ। ਸਤਿਗੁਰੂ ਜੀ ਨੇ ਹੁਕਮ ਕੀਤਾ ਵੀ ਜਾਓ ਕਸਤੂਰੀ ਲੈ ਕੇ ਆਓ। ਕਸਤੂਰੀ ਗਰਮ ਹੁੰਦੀ ਹੈ, ਹਾਂਜੀ। ਲੈ ਨਵਨੀਤੇ ਸਾਥ ਮਿਲਾਈ। ਨਵਨੀਤ ਕਹਿੰਦੇ ਨੇ ਮੱਖਣ ਨੂੰ, ਤੇ ਹੁਕਮ ਕੀਤਾ ਵੀ ਮੱਖਣ ਲੈ ਆਓ, ਕਸਤੂਰੀ ਲੈ ਆਓ। ਤੇ ਕਸਤੂਰੀ ਤੇ ਮੱਖਣ ਆਪਸ ਵਿੱਚ ਘਸਾਏ ਮਿਲਾਏ। ਚਰਨ ਸਾਥ ਦ્વੈ ਸਿੱਖ ਲਗਾਏ। ਮਹਾਰਾਜ ਜੀ ਨੇ ਦੋ ਸਿੱਖਾਂ ਨੂੰ ਹੁਕਮ ਕੀਤਾ ਵੀ ਇਹ ਜਿਹੜਾ ਰਿਸ਼ੀ ਹੈ ਇਹਨੂੰ ਬਾਹਰ ਕੱਢੋ ਮੱਠ ਚੋਂ, ਔਰ ਇਹਦੇ ਚਰਨਾਂ ਦੀਆਂ ਤਲੀਆਂ ਝਸੋ। ਇਹ ਕਸਤੂਰੀ ਦੇ ਨਾਲ ਜਿਹੜਾ ਮੱਖਣ ਮਿਲਿਆ, ਇਹ ਕਸਤੂਰੀ ਤੇ ਮੱਖਣ ਜਦੋਂ ਪੈਰਾਂ ਨੂੰ ਝਸੋਗੇ, ਥੰਧਾਈ ਵੀ ਜਾਏਗੀ ਸਰੀਰ 'ਚ, ਗਰਮੈਸ਼ ਵੀ ਜਾਏਗੀ, ਕਿਉਂਕਿ ਸਵਾਸ ਜਦੋਂ ਟਿਕ ਜਾਂਦੇ ਆ ਤੇ ਉੱਤੇ ਮਿੱਝ ਜੰਮ ਜਾਂਦੀ ਹੈ ਦਸਮ ਦੁਆਰ 'ਚ,
ਤੇ ਉਹ ਜਦੋਂ ਤੱਕ ਮਿੱਝ, ਹੁਣ ਪਤਾ ਨਹੀਂ ਕਿੰਨਾ ਕੁ ਸਮਾਂ ਪਹਿਲੋਂ ਬੈਠਾ ਸੀ, ਉੱਤੇ ਤੱਕ ਗਰਮੈਸ਼ ਜਾ ਕੇ ਜਦੋਂ ਮਿੱਝ ਨਰਮ ਹੋਵੇਗੀ ਫਿਰ ਸਮਾਧੀ ਥੱਲੇ ਆਉਂਦੀ, ਸੁਰਤ ਥੱਲੇ ਆਉਂਦੀ। ਤੋ ਮਹਾਰਾਜ ਜੀ ਨੇ ਆਖਿਆ ਇਹਦੇ ਚਰਨਾਂ ਦੇ ਪੈਰਾਂ ਦੇ ਨਾਲ ਇਹ ਕਸਤੂਰੀ ਤੇ ਮੱਖਣ ਚਸਾਓ। ਸਨੇ ਸਨੇ ਤਿਨ ਤੇ ਮਲਵਾਏ। ਮਹਾਰਾਜ ਜੀ ਨੇ ਸਨੇ ਸਨੇ ਸਹਿਜੇ ਸਹਿਜੇ ਸਿੱਖਾਂ ਦੇ ਕੋਲੋਂ ਇਸ ਰਿਸ਼ੀ ਦੇ ਜਿਹੜੇ ਪੈਰ ਸਨ ਉਹ ਚਸਵਾਏ ਹਨ। ਦਸਮ ਦਵਾਰ ਕੋ ਪੁਨੇ ਕਸਾਵਾ। ਫਿਰ ਮੱਥੇ ਦੇ ਉੱਤੇ ਉਹ ਮੱਖਣ ਤੇ ਕਸਤੂਰੀ ਲਾ ਕੇ ਮੱਥਾ ਝਸਿਆ। ਪਰੁਪੜੀਆਂ ਦੇ ਵਿੱਚ ਜਿਹੜੀਆਂ ਹੁੰਦੀਆਂ ਸੱਜੇ ਖੱਬੇ ਤੋਂ ਪਰੁਪੜੀਆਂ ਦੇ ਵਿੱਚ ਉਹ ਕਸਤੂਰੀ ਤੇ ਮੱਖਣ ਮਿਲਾ ਕੇ ਝਸਿਆ। ਜਿਸ ਤੇ ਤਨ ਮੈਂ ਉਸ਼ਨ ਉਪਾਵਾ। ਉਹਦੇ ਨਾਲ ਸਰੀਰ 'ਚ ਗਰਮੀ ਆਈ, ਜੰਮਿਆ ਹੋਇਆ ਸੀ ਸਰੀਰ, ਉਹਦੇ ਨਾਲ ਸਰੀਰ ਵਿੱਚ ਗਰਮੈਸ਼ ਆਈ। ਰੋਕ ਪੌਣ ਲੱਗ ਰਹੀ ਸਮਾਦ। ਕਿਉਂਕਿ ਪਵਨ ਰੋਕੀ ਹੋਈ ਸੀ ਤੇ ਸਮਾਧੀ ਲੱਗੀ ਹੋਈ ਸੀ ਇਸ ਯੋਗੀ ਦੀ। ਸਰਬ ਭਾਂਤ ਕੇ ਸਾਧਨ ਸਾਧ। ਔਰ ਸਾਰੇ ਪ੍ਰਕਾਰ ਦੇ ਸਾਧਨ ਇਸ ਯੋਗੀ ਨੇ ਸਾਧੇ ਹੋਏ ਸਨ। ਚੇਤਨਤਾ ਤਨ ਮੈਂ ਹੋਈ ਆਈ। ਜਦੋਂ ਸਰੀਰ ਦੇ ਵਿੱਚ ਗਰਮੀ ਜੀ ਆਈ ਤੇ ਚੇਤਨ ਹੋ ਗਿਆ ਸਰੀਰ ਇਹਦਾ। ਇਸ ਯੋਗੀ ਨੂੰ ਸੋਝੀ ਆਈ, ਚੇਤਨਤਾ ਸਰੀਰ ਵਿੱਚ ਆ ਗਈ। ਬੈਠੇ ਬਰਕ ਥਿਤੇ ਸਮੁਦਾਈ। ਪਤਾ ਨਹੀਂ ਕਿੰਨੇ ਕੁ ਸਾਲ ਬੀਤ ਗਏ ਸਨ ਬੈਠਿਆਂ ਬੈਠਿਆਂ ਇਸ ਨੂੰ। ਰਾਖਿਓ ਰੋਕ ਜੋ ਦਸਵੇਂ ਦੁਆਰਾ। ਜਿਹੜੀ ਸਮਾਧੀ ਇਹਨੇ ਦਸਮ ਦੁਆਰ ਵਿੱਚ ਲਾਈ ਹੋਈ ਸੀ, ਸਵਾਸ ਆਪਣੇ ਦਸਮ ਦੁਆਰ ਵਿੱਚ ਰੋਕੇ ਹੋਏ ਸਨ। ਸਨੇ ਸਨੇ ਸੋ ਪੌਣੇ ਉਤਾਰਾ। ਕਹਿੰਦੇ ਉਹ ਸਵਾਸ ਇਹਨੇ ਲਾਏ ਥੱਲੇ, ਨਾਭੀ ਦੇ ਵਿੱਚ ਉਤਾਰੇ। ਨਾਭੀ ਦੇ ਵਿੱਚੋਂ ਫਿਰ ਪਵਨ ਦਾ ਜਿਹੜਾ ਸਵਾਸਾਂ ਦਾ ਜਿਹੜਾ ਸਰਕਲ ਹੈ ਉਹ ਦੁਬਾਰਾ ਚੱਲਿਆ। ਤੂਲ ਆਦ ਤੇ ਅਨਕ ਉਪਾਏ। ਕਹਿੰਦੇ ਆਲੇ ਦੁਆਲੇ ਰੂਹ ਆਦਿਕ ਲਪੇਟ ਕੇ ਇਹਦੇ ਸਰੀਰ ਨੂੰ ਗਰਮੀ ਦਿੱਤੀ। ਤੈਂ ਸਰੀਰ ਕੋ ਭਲੇ ਬਚਾਏ। ਕਹਿੰਦੇ ਸਰੀਰ ਇਹਨੇ ਆਪਣਾ ਬਚਾਇਆ ਹੋਇਆ ਸੀ। ਕੋਈ ਇਹੋ ਜੀ ਸਾਧਨਾ ਕਰਕੇ ਬੈਠਾ ਸਰੀਰ ਦੇ ਆਲੇ ਦੁਆਲੇ ਵੀ ਸਰੀਰ ਦਾ ਇਹਦੇ ਦਾ ਨੁਕਸਾਨ ਨਹੀਂ ਹੋਇਆ। ਕਰੰਗ ਜਿਹਾ ਤਾਂ ਹੋ ਗਿਆ ਸਰੀਰ, ਪਰ ਸਰੀਰ ਖਤਮ ਨਹੀਂ ਹੋਇਆ। ਹੁਤੀ ਯੋਗਤਾ ਸਭ ਹੀ ਕਰਕੇ। ਕਿਉਂਕਿ ਯੋਗੀ ਆਪਣੇ ਸਰੀਰ ਨੂੰ ਚਿਰੰਕਾਲ ਸਮੇਂ ਤੱਕ ਰੱਖ ਸਕਦਾ ਹੈ ਆਪਣੇ ਯੋਗਾ ਅਭਿਆਸ ਦੇ ਬਲ ਨਾਲ। ਲੰਮੇ ਸਮੇਂ ਤੱਕ ਉਹਦੀ ਸਰੀਰ ਦੀ ਰੱਖਿਆ ਫਿਰ ਕੁਦਰਤੀ ਕਰਦੀ ਹੈ, ਬਿਨਾਂ ਭੋਜਨ ਅੰਨ ਤੋਂ ਵੀ। ਤੋ ਇਹੋ ਜਿਹੇ ਪ੍ਰਕਾਰ ਦੇ ਨਾਲ ਕਹਿੰਦੇ ਦਾ ਸਰੀਰ ਇਸੇ ਤਰ੍ਹਾਂ ਹੈ। ਸਨੇ ਸਨੇ ਤਨ ਕੀ ਸੁਧ ਧਰ ਕੇ। ਸਨੇ ਸਨੇ ਸਹਿਜੇ ਸਹਿਜੇ ਫਿਰ ਇਹਨੂੰ ਸਰੀਰ ਦੀ ਸੁਝ ਆਈ। ਦੋਨੋਂ ਲੋਚਨ ਜਬੇ ਉਗਾਰੇ। ਇਹਨੇ ਆਪਣੀਆਂ ਦੋਵੇਂ ਅੱਖਾਂ ਖੋਲੀਆਂ ਹਨ। ਸ਼੍ਰੀ ਗੁਰ ਅਰਜਨ ਸਮੁਖ ਨਿਹਾਰੇ। ਜਦੋਂ ਅੱਖਾਂ ਖੋਲੀਆਂ ਤੇ ਸਾਹਮਣੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਵੇਖਿਆ, ਦਰਸ਼ਨ ਕੀਤੇ। ਸਨੇ ਸਨੇ ਮੁਖ ਜੀਵਾ ਚਲਾਇਵ। ਹੁਣ ਇੱਕਦਮ ਬੋਲਣਾ ਕਿਹੜਾ ਸੌਖਾ ਸੀ, ਇੰਨੇ ਸਮਿਆਂ ਤੋਂ ਜ਼ੁਬਾਨ ਬੰਦ ਸੀ। ਹੌਲੇ ਹੌਲੇ ਕਰਕੇ ਜ਼ੁਬਾਨ 'ਚ ਹਰਕਤ ਆਈ, ਸਹਿਜੇ ਸਹਿਜੇ ਬੋਲਿਆ। ਸ਼ੁੱਧ ਆਤਮਾ ਮ੍ਰਿਦੁਲ ਅਲਾਇਵ। ਇਹਦੀ ਆਤਮਾ ਬਿਲਕੁਲ ਸ਼ੁੱਧ ਹੈ ਯੋਗੀ ਦੀ, ਇੰਨੇ ਸਮੇਂ ਤੋਂ ਬੈਠਾ ਸ਼ੁੱਧ ਆਤਮਾ ਹੈ। ਤੇ ਸ਼ੁੱਧ ਆਤਮਾ ਵਾਲਾ ਬੜਾ ਹੀ ਮਿਰਦਲ ਕੋਮਲ ਜੀ ਆਵਾਜ਼ ਵਿੱਚ ਯੋਗੀ ਬੋਲਿਆ। ਕੌਣ ਨਾਮ ਇਨ ਦਿਉ ਸੁਨਾਈ। ਸਾਹਮਣੇ ਮਹਾਰਾਜ ਜੀ ਦੇ ਦਰਸ਼ਨ ਕਰਕੇ ਸਿੱਖਾਂ ਨੂੰ ਪੁੱਛਦਾ, ਬੜੀ ਧੀਮੀ ਜੀ ਆਵਾਜ਼ 'ਚ ਬੋਲਿਆ, ਇਹ ਕੌਣ ਹਨ? ਇਹ ਜੋ ਸਾਹਮਣੇ ਖੜੇ ਹਨ ਇਹ ਕੌਣ ਹਨ? ਇਹਨਾਂ ਦਾ ਕੀ ਨਾਮ ਹੈ? ਕਹਤੇ ਪ੍ਰਾਪਤ ਭਈ ਵਡਾਈ। ਇਹਨਾਂ ਨੂੰ ਵਡਿਆਈ ਕਿੱਥੋਂ ਮਿਲੀ ਹੈ? ਇਹ ਕੌਣ ਨੇ ਔਰ ਇਹਨਾਂ ਨੂੰ ਵਡਿਆਈ ਕਿੱਥੋਂ ਮਿਲੀ ਹੈ? ਕਿਸ ਕੇ ਏਉ ਨੰਦਨ ਸਭ ਕਹੋ। ਇਹ ਕਿਸ ਦੇ ਸਾਹਿਬਜ਼ਾਦੇ ਨੇ ਮੈਨੂੰ ਦੱਸੋ। ਸਮਾ ਕੌਣ ਅਬ ਜਗ ਮੈਂ ਆਓ। ਤੇ ਸਮਾਂ ਕਿਹੜਾ ਚੱਲ ਰਿਹਾ ਇਸ ਵੇਲੇ ਜਗਤ ਵਿੱਚ? ਜਬ ਮੋਏ ਸਭ ਹੋਏ ਸਖਿਆਤ। ਜਦੋਂ ਤੁਸੀਂ ਇਹ ਸਾਰਾ ਕੁਝ ਮੈਨੂੰ ਸਾਖਸ਼ਾਤ ਦੱਸੋਗੇ। ਔਰ ਬੂਝੋ ਪੁਨ ਬਖਿਆਤ। ਫਿਰ ਬਾਕੀ ਗੱਲਾਂ ਮੈਂ ਬਾਅਦ ਚ ਪੁੱਛਾਂਗਾ, ਪਹਿਲਾਂ ਮੈਨੂੰ ਇਹ ਸਵਾਲਾਂ ਦਾ ਜਵਾਬ ਦਿਓ। ਤਬ ਬੁੱਢੀ ਕਰ ਜੋਰ ਬਖਾਨਾ। ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਉੱਥੇ ਹੀ ਖੜੇ ਸੀ। ਬਾਬਾ ਬੁੱਢਾ ਸਾਹਿਬ ਜੀ ਹੱਥ ਜੋੜੇ ਤੇ ਬੋਲੇ, ਕਹਿਣ ਲੱਗੇ, ਸੋਡ ਬੰਸ ਸ਼ੁਭ ਸਿੰਧੂ ਸਮਾਨਾ। ਆਖਿਆ ਮਹਾਰਾਜ ਰਿਸ਼ੀਵਰ ਸੋਢੀਆਂ ਦੀ ਬੰਸ ਜੋ ਸਮੁੰਦਰ ਦੇ ਸਮਾਨ ਹੈ। ਸ਼੍ਰੀ ਗੁਰੂ ਰਾਮਦਾਸ ਸੁਖ ਰਾਸ। ਉਹਦੇ ਵਿੱਚ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੋ ਸੁੱਖਾਂ ਦੇ ਦਾਤੇ ਹਨ।
ਉਪਜੇ ਚੰਦ ਸੁਜਸ ਪ੍ਰਕਾਸ਼। ਉਹ ਚੰਦਰਮਾ ਦੇ ਸਮਾਨ ਉਪਜੇ ਨੇ ਸੋਢ ਬੰਸ ਵਿੱਚ, ਜਿਨ੍ਹਾਂ ਦਾ ਸੁਜਸ, ਜਿਨ੍ਹਾਂ ਦੀ ਮਹਿਮਾ, ਜਿਨ੍ਹਾਂ ਦੀ ਵਡਿਆਈ ਪੂਰੇ ਸੰਸਾਰ ਦੇ ਵਿੱਚ ਪ੍ਰਕਾਸ਼ ਦੀ ਹੈ। ਤਿਨ ਕੇ ਸੁਤ ਬੁੱਧ ਸਮ ਬੁੱਧੀਵਾਨ। ਇਹ ਗੁਰੂ ਰਾਮਦਾਸ ਸਾਹਿਬ ਜੀ ਦੇ ਸਾਹਿਬਜ਼ਾਦੇ ਹਨ। ਬੁੱਧ ਗਿਆਨ ਦਾ ਮਤਲਬ ਹੈ ਵੀ ਬੁੱਧ ਨਾਮ ਹੁੰਦਾ ਗਿਆਨ ਦਾ। ਇਹ ਗਿਆਨ ਦੇ ਸਮਾਨ ਗਿਆਨ ਦਾ ਹੀ ਰੂਪ ਨੇ। ਹਾਂਜੀ, ਧਰਮ ਆਤਮਾ ਗੁਣ ਗਨ ਖਾਨ। ਇਹ ਧਰਮ ਆਤਮਾ ਹਨ ਔਰ ਬੇਅੰਤ ਗੁਣਾਂ ਦੀ ਖਾਨ ਹਨ। ਗੁਣਾਂ ਦਾ ਅੰਤ ਨਹੀਂ ਹੈ ਇਹਨਾਂ ਦਾ। ਸਮੁੰਦਰ ਵਿਖੇ ਜਗ ਸਾਰਾ ਸਮ। ਸਮੁੰਦਰ ਵਿਖੇ ਜਗ ਸਾਰਾ ਸਮ ਜਹਾਜ ਪਾ ਡੂਬਨਹਾਰਾ। ਇਹ ਸਾਰਾ ਸੰਸਾਰ ਸਮੁੰਦਰ ਦੇ ਸਮਾਨ ਹੈ ਔਰ ਜੀਵ ਉਹਦੇ ਵਿੱਚ ਡੁੱਬਣ ਵਾਲੇ ਹਨ। ਭਏ ਦੀਪ ਸਮ ਨਰ ਤਨ ਧਰਿਓ। ਇਹ ਦੀਪ ਦੇ ਸਮਾਨ ਹੋ ਗਏ ਨੇ ਮਨੁੱਖੀ ਸਰੀਰ ਧਾਰਨ ਕਰਕੇ ਔਰ ਨਰ ਤਨ ਧਾਰਨ ਕੀਤਾ ਇਹਨਾਂ ਨੇ। ਭਵ ਸਗਰੇ ਜਿਨ ਚਾਂਦਨ ਕਰਿਓ। ਤੇ ਦੀਪ ਨਾਮ ਸਮੁੰਦਰ ਵਿੱਚ ਦੀਪ ਦਾ ਵੀ ਹੁੰਦਾ ਵੀ ਡੁੱਬਦਿਆਂ ਨੂੰ ਦੀਪ ਦੇ ਦੇਣਾ ਵੀ ਆ ਜਾਓ, ਤੇ ਦੀਪ ਨਾਮ ਦੀਵੇ ਦਾ ਵੀ ਹੁੰਦਾ ਹੈ। ਇਹ ਦੀਵੇ ਦੇ ਸਮਾਨ ਗਿਆਨ ਦਾ ਦੀਵਾ ਜਗਾ ਕੇ ਪੂਰੇ ਸੰਸਾਰ ਨੂੰ ਚਾਨਣਾ ਦੇਣ ਵਾਲੇ ਧੰਨ ਗੁਰੂ ਅਰਜਨ ਦੇਵ ਸਾਹਿਬ ਜਗਤਨਾਥ ਹਨ। ਇਹ ਸੰਸਾਰ ਨੂੰ ਚਾਨਣਾ ਦੇਣ ਵਾਲੇ ਹਨ। ਸ਼੍ਰੀ ਗੁਰੂ ਨਾਨਕ ਨਾਮ ਅਨੂਪਾ। ਫਿਰ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ, ਜਿਨ੍ਹਾਂ ਦਾ ਨਾਮ ਅਨੂਪ ਹੈ, ਉਪਮਾ ਤੋਂ ਰਹਿਤ ਹੈ। ਸਰਬ ਜੋਤ ਕੀ ਜੋਤ ਸਰੂਪਾ। ਜੋ ਸਰਬ ਜੋਤਾਂ ਦੀ ਜੋਤ ਹਨ, ਯਾਨੀ ਕਿ ਉਹਨਾਂ ਦੀ ਜੋਤ ਹੀ ਸਾਰੇ ਜੀਵਾਂ ਵਿੱਚ ਵਸਣੇ ਵਾਲੀ ਹੈ। ਸਾਰੀਆਂ ਜੋਤਾਂ ਦੀ ਜੋਤ ਹਨ ਗੁਰੂ ਨਾਨਕ ਸਾਹਿਬ। ਸਤਨਾਮ ਸਿੱਖ ਨੇ ਉਪਦੇਸ਼ਾ। ਜਿਨ੍ਹਾਂ ਨੇ ਆਪਣਿਆਂ ਸਿੱਖਾਂ ਨੂੰ ਸੱਚੇ ਨਾਮ ਦਾ ਉਪਦੇਸ਼ ਦਿੱਤਾ। ਹਰ ਇੱਕ ਪ੍ਰਾਣੀ ਮਾਤਰ ਨੂੰ ਨਾਮ ਜਪਣ ਦਾ ਉਪਦੇਸ਼ ਦਿੱਤਾ ਹੈ। ਲੱਖੋਂ ਮੋਖ ਦੀਨ ਅਕਲੇਸ਼ਾ। ਜਿਨ੍ਹਾਂ ਨੇ ਇੱਕ ਨਹੀਂ ਲੱਖਾਂ ਹੀ ਜੀਵਾਂ ਨੂੰ ਮੋਕਸ਼ ਪ੍ਰਦਾਨ ਕੀਤੀ ਹੈ। ਲੱਖਾਂ ਜੀਵਾਂ ਨੂੰ ਕਲਿਆਣ ਤੇ ਮੋਕਸ਼ ਬਖਸ਼ੀ ਹੈ। ਸਰਬ ਜਗਤ ਮੈਂ ਜਸ ਵਿਸਤਾਰਾ। ਜਿਨ੍ਹਾਂ ਨੇ ਸਾਰੇ ਜਗਤ ਵਿੱਚ ਨਾਮ ਦੀ ਮਹਿਮਾ ਨੂੰ ਪ੍ਰਗਟ ਕੀਤਾ ਹੈ ਔਰ ਉਹਨਾਂ ਦਾ ਜਸ ਸਾਰੇ ਜਗਤ ਵਿੱਚ ਵਿਸਤਰਤ ਹੈ। ਪ੍ਰਿਥੀ ਡੁਲਤ ਕੋ ਭਾਰ ਨਿਵਾਰਾ। ਇਹ ਡੋਲਣ ਵਾਲੀ ਧਰਤੀ ਜੋ ਡੋਲ ਚੱਲੀ ਸੀ, ਗਰਕ ਹੋ ਚੱਲੀ ਸੀ, ਇਸ ਡੋਲਣ ਵਾਲੀ ਧਰਤੀ ਦਾ ਭਾਰ ਧੰਨ ਗੁਰੂ ਨਾਨਕ ਸਾਹਿਬ ਨਿਵਾਰਨੇ ਵਾਲੇ ਹਨ। ਸਤਿ ਸ੍ਰੀ ਅਕਾਲ। ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਇਹ ਧਰਤੀ ਦੀ ਪੁਕਾਰ ਸੁਣ ਕੇ ਅਕਾਲ ਪੁਰਖ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਭੇਜਿਆ। ਧਰਤੀ ਦੇ ਭਾਰ ਨੂੰ ਨਿਵਾਰਨੇ ਵਾਸਤੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਆਏ। ਤਿਨ ਤੇ ਲਈ ਗੁਰੂ ਵਡਿਆਈ। ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਵੱਡੀ ਵਡਿਆਈ ਧੰਨ ਗੁਰੂ ਅੰਗਦ ਦੇਵ ਸਾਹਿਬ ਨੇ ਪ੍ਰਾਪਤ ਕੀਤੀ। ਗੁਰ ਅੰਗਦ ਬੈਠੇ ਗੁਰ ਆਈ। ਔਰ ਉਹਨਾਂ ਦੀ ਗੱਦੀ ਉੱਤੇ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੈਠੇ। ਅਜਰ ਜਰਨ ਜਿਨ ਕੇ ਨਾ ਸਮਾਨਾ। ਐ ਯੋਗੀ ਗੁਰੂ ਅੰਗਦ ਦੇਵ ਸਾਹਿਬ ਐਸੇ ਸਨ ਜਿਨ੍ਹਾਂ ਵਰਗਾ ਅਜਰ ਨੂੰ ਜਰਨ ਵਾਲਾ ਦੁਨੀਆ 'ਚ ਕੋਈ ਨਹੀਂ। ਅਜਰ ਨੂੰ ਜਰ ਲੈਣ ਦੀ ਵੱਡੀ ਤਾਕਤ ਦੇ ਮਾਲਕ ਨੇ ਗੁਰੂ ਅੰਗਦ ਦੇਵ ਸਾਹਿਬ। ਬਾਬਾ ਬੁੱਢਾ ਸਾਹਿਬ ਜੀ ਉਹ ਕਹਿ ਰਹੇ ਨੇ ਜੋ ਉਹਨਾਂ ਨੇ ਵੇਖਿਆ ਗੁਰੂ ਨਾਨਕ ਗੁਰੂ ਅੰਗਦ ਸਾਹਿਬ ਦੀ ਸ਼ਰਨ 'ਚ ਰਹਿ ਕੇ। ਕਹਿੰਦੇ ਉਹਨਾਂ ਵਰਗਾ ਜਰ ਨੂੰ ਜਰਨ ਵਾਲਾ ਕੋਈ ਨਹੀਂ। ਸਿੱਖ ਉਧਾਰੇ ਬਿਦਤ ਜਹਾਨਾ। ਜਿਨ੍ਹਾਂ ਨੇ ਅਨੇਕਾਂ ਸਿੱਖਾਂ ਨੂੰ ਇਹ ਸੰਸਾਰ 'ਚ ਉਧਾਰਿਆ ਔਰ ਇਹ ਗੱਲ ਸਾਰੇ ਜਗਤ ਵਿੱਚ ਵਿਦਤ ਹੈ। ਵਿਦਤ ਕਹਿੰਦੇ ਨੇ ਪ੍ਰਗਟ ਨੂੰ, ਸਾਰੇ ਸੰਸਾਰ ਵਿੱਚ ਪ੍ਰਗਟ ਹੈ। ਸ਼੍ਰੀ ਗੁਰੂ ਅਮਰਦਾਸ ਤਿਨ ਪਾਛੇ। ਗੁਰੂ ਅੰਗਦ ਸਾਹਿਬ ਤੋਂ, ਕਿਉਂਕਿ ਉਹਨੇ ਪੁੱਛਿਆ ਸੀ ਨਾ ਵੀ ਇਹਨਾਂ ਨੇ ਵਡਿਆਈ ਕਿੱਥੋਂ ਪ੍ਰਾਪਤ ਕੀਤੀ ਹੈ, ਉਹ ਦੱਸ ਰਹੇ ਨੇ ਵੀ ਕਿੱਥੋਂ ਆਈ ਹੈ ਵਡਿਆਈ। ਕਹਿੰਦੇ ਗੁਰੂ ਅੰਗਦ ਸਾਹਿਬ ਤੋਂ ਵਡਿਆਈ ਗੁਰੂ ਅਮਰਦਾਸ ਸਾਹਿਬ ਨੇ ਪ੍ਰਾਪਤ ਕੀਤੀ। ਬੈਠੇ ਗੁਰ ਗਾਦੀ ਪਰ ਆਛੇ। ਔਰ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਉੱਤੇ ਭਲੀ ਪ੍ਰਕਾਰ ਨਾਲ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਬੈਠੇ। ਸਕਲ ਜਗਤ ਮੈਂ ਭਗਤ ਦ੍ਰਿੜਾਈ। ਜਿਨ੍ਹਾਂ ਨੇ ਸਾਰੇ ਸੰਸਾਰ ਵਿੱਚ ਭਗਤੀ ਦ੍ਰਿੜ ਕਰਾਈ ਗੁਰੂ ਅਮਰਦਾਸ ਸਾਹਿਬ ਨੇ।
ਭਗਤੀ ਦ੍ਰਿੜ ਕਰਾਈ ਗੁਰੂ ਅਮਰਦਾਸ ਸਾਹਿਬ ਨੇ। ਖਾਲਸਾ ਜੀ ਸਿੱਖ ਆਏ ਡੱਲੇ ਤੋਂ। ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਕਹਿਣ ਲੱਗੇ, ਸਿੱਖੋ ਮੁਕਤੀ ਦੇ 4 ਸਾਧਨ ਨੇ। ਇੱਕ ਹੈ ਗਿਆਨ, ਦੂਸਰਾ ਹੈ ਵਿਰਾਗ, ਤੀਸਰਾ ਹੈ ਵਿਵੇਕ ਤੇ ਚੌਥੀ ਹੈ ਭਗਤੀ। ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ ਇਹ ਮੁਕਤੀ ਦੇ 4 ਸਾਧਨ ਨੇ। ਜਿਹੜੇ ਪਹਿਲੇ 3 ਨੇ ਗਿਆਨ, ਵਿਰਾਗ ਤੇ ਵਿਵੇਕ, ਇਹ ਨਰ ਨੇ, ਤੇ ਜਿਹੜੀ ਭਗਤੀ ਹੈ ਇਸਤਰੀ ਹੈ। ਮਾਇਆ ਵੀ ਇਸਤਰੀ ਹੈ। ਮਾਇਆ ਇਸਤਰੀ ਹੈ। ਹੁਣ ਇਸਤਰੀ ਪੁਰਖ ਨੂੰ ਪ੍ਰਭਾਵਿਤ ਕਰ ਸਕਦੀ ਹੈ, ਉਹਨੂੰ ਆਪਣੇ ਤੇ ਸਮੋਹਿਤ ਕਰ ਸਕਦੀ ਹੈ, ਉਹਨੂੰ ਡਾਵਾਂਡੋਲ ਕਰ ਸਕਦੀ ਹੈ, ਪਰ ਇਸਤਰੀ ਨੂੰ ਨਹੀਂ ਭਰਮਾ ਸਕਦੀ। ਤੋ ਜਿਹੜੀ ਭਗਤੀ ਹੈ ਇਹ ਵੀ ਇਸਤਰੀ ਹੈ, ਮਾਇਆ ਵੀ ਇਸਤਰੀ। ਇਸ ਕਰਕੇ ਮਾਇਆ ਰੂਪੀ ਇਸਤਰੀ ਭਗਤੀ ਤੇ ਆਪਣਾ ਜ਼ੋਰ ਨਹੀਂ ਪਾ ਸਕਦੀ। ਗੁਰਸਿੱਖੋ ਭਗਤੀ ਕਰੋ, ਇਹ ਗੁਰੂ ਅਮਰਦਾਸ ਸਾਹਿਬ ਨੇ ਹੁਕਮ ਕੀਤਾ। ਬਾਬਾ ਬੁੱਢਾ ਸਾਹਿਬ ਜੀ ਦੱਸ ਰਹੇ ਨੇ ਕਿ ਗੁਰੂ ਅਮਰਦਾਸ ਸਾਹਿਬ ਨੇ ਸੰਸਾਰ ਦੇ ਵਿੱਚ ਭਗਤੀ ਨੂੰ ਦ੍ਰਿੜ ਕਰਾਇਆ, ਭਗਤੀ ਦਾ ਉਪਦੇਸ਼ ਦਿੱਤਾ ਸੰਸਾਰ ਦੇ ਜੀਆਂ ਨੂੰ। ਅਨੇਕ ਨਰਨ ਕੋ ਦਈ ਵਡਾਈ, ਅਨੇਕਾਂ ਨਰਾਂ ਨੂੰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਨੇ ਵਡਿਆਈ। 22 ਮੰਜੀਆਂ ਥਾਪੀਆਂ। ਭਾਈ ਪਾਰੋ ਜੀ ਪਰਮਹੰਸ ਵਰਗੇ ਮਹਾਂਪੁਰਖ, ਬਾਬਾ ਸਾਵਣ ਮੱਲ ਜੀ ਜੈਸੇ, ਭਾਈ ਸੱਚਨ ਸੱਚ ਜੀ ਜੈਸੇ, ਕਿਤਨੇ ਮਹਾਂਪੁਰਖ, ਮਥੋ ਮੁਰਾਰੀ ਜੀ ਦੇ ਜੋੜੇ ਨੂੰ ਕਿਤਨੀਆਂ ਵਡਿਆਈਆਂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀਆਂ। ਇਸ ਕਰਕੇ ਕਹਿੰਦੇ ਇੱਥੇ ਬਾਬਾ ਬੁੱਢਾ ਸਾਹਿਬ ਜੀ ਦੱਸ ਰਹੇ ਕਿ ਉਹਨਾਂ ਨੇ ਅਨੇਕ ਨਰਾਂ ਨੂੰ ਵਡਿਆਈਆਂ ਦਿੱਤੀਆਂ। ਸ਼੍ਰੀ ਗੁਰੂ ਨਾਨਕ ਮਹਾਮਸ਼ਾਲ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਜੋ ਮਹਾਮਸ਼ਾਲ ਦੇ ਸਮਾਨ ਹਨ। ਕਲੀ ਕਾਲ ਹੱਥ ਤਿਮਰ ਵਿਸਾਲ, ਕਲੀ ਕਾਲ ਦਾ ਜਿਹੜਾ ਸਮਾਂ ਉਹਦੇ ਚ ਹਨੇਰਾ ਹੈ। ਲੱਖੋਂ ਦੀਪਕ ਜਿਨ ਤੇ ਜਾਗੇ, ਕਹਿੰਦੇ ਉਸ ਮਸ਼ਾਲ ਤੋਂ ਅੱਗੇ ਲੱਖਾਂ ਹੀ ਦੀਵੇ ਜਗੇ। ਨਰ ਵੱਡ ਭਾਗ ਭਗਨ ਜੋ ਲਾਗੇ, ਜਿਹੜੇ ਵੱਡਿਆਂ ਭਾਗਾਂ ਵਾਲੇ ਸਨ ਉਹ ਉਸ ਪਾਸੇ ਲੱਗ ਗਏ। ਤਿਸ ਮਸ਼ਾਲ ਤੇ ਜਗੀ ਮਸ਼ਾਲ, ਕਹਿੰਦੇ ਉਸ ਮਸ਼ਾਲ ਤੋਂ ਫਿਰ ਅੱਗੇ ਇੱਕ ਹੋਰ ਮਸ਼ਾਲ ਜਗੀ। ਸ਼੍ਰੀ ਅੰਗਦ ਜੀ ਭਏ ਕਿਰਪਾਲ, ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਕਿਰਪਾਲ ਹੋਏ। ਇਨ ਤੇ ਦੀਪਕ ਜਗੇ ਅਨੇਕ, ਉਹਨਾਂ ਤੋਂ ਅਨੇਕਾਂ ਦੀਵੇ ਅੱਗੇ ਜਗੇ। ਹੋਏ ਗਿਆਨੀ ਸਹਿਤ ਵਿਵੇਕ, ਅਨੇਕਾਂ ਹੀ ਗਿਆਨ ਸਹਿਤ ਵਿਵੇਕ ਸਹਿਤ ਵਿਵੇਕੀ ਹੋਏ। ਤਿਨੋਂ ਤੀਸਰੀ ਦੀਪੀ ਮਸਾਲ, ਉਹਨਾਂ ਤੋਂ ਤੀਸਰੇ ਥਾਂ ਤੇ ਤੀਸਰੀ ਮਸ਼ਾਲ ਗੁਰੂ ਅਮਰਦਾਸ ਸਾਹਿਬ ਦੀ ਜਗੀ। ਕਰਿਓ ਚਾਂਦਨਾ ਤਮ ਗਨ ਟਾਲ, ਇਹਨੇ ਸਾਰੇ ਸੰਸਾਰ 'ਚ ਚਾਨਣਾ ਕੀਤਾ, ਵਿਦਿਆ ਅਗਿਆਨ ਦਾ ਹਨੇਰਾ ਟਾਲ ਦਿੱਤਾ। ਅਨਗਨ ਦੀਪਕ ਜਾਗੇ ਜਗ ਮੈਂ, ਕਹਿੰਦੇ ਫਿਰ ਉਹਨਾਂ ਤੋਂ ਵੀ ਅੱਗੇ ਅਣਗਿਣਤ ਦੀਵੇ ਜਗੇ। ਪਰੇ ਆਨ ਸ਼ਰਨੀ ਜੇ ਪਗ ਮੈਂ, ਜੇ ਡਰਨ ਆ ਗਏ ਗੁਰੂ ਅਮਰਦਾਸ ਸਾਹਿਬ ਦੀ, ਉਹ ਕਹਿੰਦੇ ਉਹਨਾਂ ਅੰਦਰ ਵੀ ਗਿਆਨ ਪ੍ਰਗਟ ਹੋ ਆਇਆ। ਤਿਸ ਮਸ਼ਾਲ ਤੇ ਜਗੀ ਮਸ਼ਾਲ, ਕਹਿੰਦੇ ਉਸ ਮਸ਼ਾਲ ਤੋਂ ਅੱਗੇ ਫਿਰ ਮਸ਼ਾਲ ਜਗੀ। ਸ਼੍ਰੀ ਗੁਰੂ ਰਾਮਦਾਸ ਤਮ ਟਾਲ, ਔਰ ਉਹ ਹੋਏ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਜਿਨ੍ਹਾਂ ਨੇ ਅਵਿਦਿਆ ਗਿਆਨ ਦਾ ਹਨੇਰਾ ਟਾਲਿਆ। ਤਿਨ ਕੇ ਸੁਤ ਸ਼੍ਰੀ ਅਰਜਨ ਇਹੋ, ਇਹ ਉਹਨਾਂ ਦੇ ਸਾਹਿਬਜ਼ਾਦੇ ਨੇ, ਧੰਨ ਗੁਰੂ ਅਰਜਨ ਦੇਵ ਸਾਹਿਬ ਹਨ। ਤਿਸੀ ਜੋਤ ਕੀ ਪੰਚਮ ਦੇਹ, ਉਸੇ ਜੋਤ ਦੀ ਪੰਜਵੀਂ ਦੇਹ ਹੈ। ਇਹ ਪੰਜਵਾਂ ਜਾਮਾ ਹੈ, ਉਸੇ ਜੋਤ ਨੇ ਧਾਰਨ ਕੀਤਾ। ਹੈ ਯੋਗੀ ਜੀ ਉਹ ਕਹਿ ਲੋ ਇਹ ਪੰਜਵੇਂ ਗੁਰੂ ਨਾਨਕ ਸਾਹਿਬ ਹਨ। ਅਬ ਕਲ ਯੁਗ ਕੋ ਕਾਲ ਕਰਾਰਾ, ਫਿਰ ਇਹਨੇ ਸਵਾਲ ਕੀਤਾ ਸੀ ਕਿਹੜਾ ਸਮਾਂ ਹੈ। ਫਿਰ ਬਾਬਾ ਜੀ ਨੇ ਦੱਸਿਆ ਜੀ, ਕਹਿੰਦੇ ਹੁਣ ਕਲਯੁਗ ਦਾ ਭਿਆਨਕ ਸਮਾਂ ਹੈ। ਬਰਖ ਪੰਚਮੋ ਲਖੋ ਹਜ਼ਾਰਾ, 5000 ਸਾਲ ਸਮਾਂ ਬੀਤ ਗਿਆ ਕਲਯੁਗ ਦਾ। ਬਿਨਾ ਕਾਲ ਤੇ ਜੋਰ ਕਲੀਸੋ, ਤੇ ਕਾਲ ਦਾ ਬੜਾ ਭਿਆਨਕ ਜ਼ੋਰ ਹੈ। ਤੈ ਮਿਟਾਵਨੇ ਭਾਂਤ ਭਲੀਸੋ, ਕਲੀ ਕਾਲ ਦੇ ਇਸ ਜ਼ੋਰ ਨੂੰ ਮਿਟਾਵਣੇ ਵਾਸਤੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ, ਧੰਨ ਗੁਰੂ ਨਾਨਕ ਸਾਹਿਬ ਨੇ ਇਹ ਸਿੱਖੀ ਦਾ ਜਹਾਜ਼ ਤਿਆਰ ਕੀਤਾ। ਇਹ ਸਿੱਖੀ ਦਾ ਜਹਾਜ਼ ਤਿਆਰ ਕੀਤਾ ਹੈ। ਇਹ ਤੀਰਥ ਕੋ ਥਾਨ ਖਨਾਵਾ, ਇਹ ਤੀਰਥ ਲਾ ਰਹੇ ਨੇ ਮਹਾਰਾਜ।
ਇਹ ਤੀਰਥ ਦੀ ਖੁਦਾਈ ਕਰਵਾ ਰਹੇ ਨੇ। ਜਿਸ ਤੇ ਤੁਮਰੋ ਦਰਸ਼ਨ ਪਾਵਾ। ਜਿਸ ਤੀਰਥ ਦੀ ਖੁਦਾਈ ਵਿੱਚੋਂ ਤੁਹਾਡੇ ਦਰਸ਼ਨ ਹੋ ਰਹੇ ਨੇ, ਇਸ ਮੱਠ ਵਿੱਚੋਂ ਤੁਸੀਂ ਨਿਕਲੇ ਹੋ। ਆਪਨ ਪ੍ਰਸੰਗ ਸੁਨਾਵੋ ਅਬੇ। ਹੁਣ ਤੁਸੀਂ ਸਾਨੂੰ ਆਪਣੇ ਬਾਰੇ ਦੱਸੋ। ਬਸ ਮੇ ਚਾਹਤ ਸੁਨਬੋ ਸਬੇ। ਸਾਰੇ ਹੈਰਾਨ ਨੇ ਤੇ ਸੁਣਨਾ ਚਾਹੁੰਦੇ ਨੇ। ਜਦੋਂ ਯੋਗੀ ਨੇ ਗੱਲਾਂ ਸੁਣੀਆਂ, ਇਹ ਯੋਗੀ ਜੀ ਹੁਣ ਆਪਣੇ ਬਾਰੇ ਦੱਸਣ ਲੱਗੇ। ਇਹਦਾ ਨਾਮ ਇਤਿਹਾਸ ਵਿੱਚ ਸੰਤੋਖਾ ਜੋਗੀ ਆਉਂਦਾ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਹ ਆਪਣੇ ਬਾਰੇ ਦੱਸ ਰਿਹਾ ਹੈ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਜੀ ਦੇ ਘਰ ਦੀ ਪਾਵਨ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਦਬੁੱਧੀ ਔਰ ਸਮਤ ਪ੍ਰਦਾਨ ਕਰਨ। ਸਾਧ ਸੰਗਤ ਜੀ ਬੇਨਤੀ ਹੈ, 1 ਜਨਵਰੀ ਦਿਨ ਐਤਵਾਰ ਨੂੰ ਮਹਾਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਕੈਂਥਲ, ਜਿੱਥੇ ਉਹਨਾਂ ਨੇ ਸਾਰੀ ਕਥਾ ਸੂਰਜ ਪ੍ਰਕਾਸ਼ ਦੀ ਲਿਖੀ ਹੈ, ਉਹ ਹਵੇਲੀ ਪਿੱਛੇ ਗੁਰੂ ਸਾਹਿਬ ਦੀ ਦਇਆ ਮਿਆ ਨਾਲ ਪੰਥ ਕੋਲ ਆਈ ਹੈ। 1 ਤਰੀਕ ਨੂੰ ਕਲਗੀਧਰ ਸੁਆਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਪੁਰਬ ਉਸੇ ਹਵੇਲੀ ਵਾਲੇ ਸਥਾਨ ਤੇ ਮਨਾਇਆ ਜਾ ਰਿਹਾ ਹੈ। ਹਰ ਮਹੀਨੇ ਦੇ ਪਹਿਲੇ ਐਤਵਾਰ ਉੱਥੇ ਗੁਰਮਤਿ ਸਮਾਗਮ ਹੁੰਦੇ ਹਨ, ਸਵੇਰੇ 9 ਤੋਂ ਦੁਪਹਿਰੇ 12 ਵਜੇ ਤੱਕ। ਜਿਹੜੇ ਮਾਈ ਭਾਈ ਹਾਜ਼ਰੀਆਂ ਭਰ ਸਕਦੇ ਨੇ। ਕੈਂਥਲ ਚਤਰ ਮਹੱਲਾ ਹੈ ਹਰਿਆਣੇ 'ਚ, ਕੈਂਥਲ ਸ਼ਹਿਰ 'ਚ, ਜਿੱਥੇ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਦੀ ਹਵੇਲੀ ਹੈ। ਉੱਥੇ ਨੇੜੇ ਹੀ 9ਵੇਂ ਪਾਤਸ਼ਾਹ ਦਾ ਸਥਾਨ ਹੈ, ਗੁਰਦੁਆਰਾ ਮੰਜੀ ਸਾਹਿਬ। ਮੰਜੀ ਸਾਹਿਬ ਗੁਰੂ ਘਰ ਦੇ ਬਿਲਕੁਲ ਨੇੜੇ ਹੀ ਉਹ ਹਵੇਲੀ ਹੈ ਜਿੱਥੇ ਇਹ ਕਥਾ ਭਾਈ ਸਾਹਿਬ ਨੇ ਲਿਖੀ। ਉੱਥੇ ਹੀ ਇਹ ਸਮਾਗਮ ਹੋ ਰਹੇ ਨੇ। ਆਪ ਦੀ ਹਾਜ਼ਰੀਆਂ ਭਰ ਕੇ ਗੁਰੂ ਜਸ ਸਰਵਣ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ।